जिंदाबाद जिंदाबाद बंद करो बंद करो बंद करो बंद करो बंद करो बंद करो बंद करो। ਲਾਈਵ ਤਸਵੀਰਾਂ ਤੁਹਾਡੇ ਸਾਹਮਣੇ ਲੈ ਕੇ ਆਏ ਆ ਫਗਵਾੜਾ ਪ੍ਰਾਈਮ ਟਾਈਮ ਟੀਵੀ ਤੋਂ। ਇਹ ਉਹ ਨਾਗਰਿਕ ਨੇ ਜਿਹੜੇ ਪੜ੍ਹੇ ਲਿਖੇ ਨੇ, ਹਿੰਦੁਸਤਾਨ ਦੇ ਪੜ੍ਹੇ ਲਿਖੇ ਨਾਗਰਿਕ, ਹਿੰਦੁਸਤਾਨ ਦੀ ਬ੍ਰੇਨ, ਹਿੰਦੁਸਤਾਨ ਦਾ ਵਿਜ਼ਡਮ, ਜਿਹੜੇ ਹਿੰਦੁਸਤਾਨ ਦੇ ਬੈਂਕ ਚਲਾਉਂਦੇ ਨੇ। ਇਹਨਾਂ ਨੂੰ ਸੜਕਾਂ ਤੇ ਉਤਰਨਾ ਪਿਆ ਹੈ ਕਿ ਕਿਸੇ ਨੇ ਅੱਜ ਤੱਕ ਇਹ ਤਸਵੀਰਾਂ ਦੇਖਿਆ ਸੀ ਹਿੰਦੁਸਤਾਨ 'ਚ ਕਿ ਪੜ੍ਹੇ ਲਿਖੇ ਨਾਗਰਿਕ ਜਿਹੜੇ ਗੱਲਬਾਤ ਕਰਕੇ ਆਪਣਾ ਹੱਕ ਕੱਢਣਾ ਜਾਣਦੇ ਨੇ, ਪਰ ਉਹਨਾਂ ਨੂੰ ਸੜਕਾਂ ਤੇ ਉਤਰਨਾ ਪਿਆ। ਕੀ ਕਾਰਨ ਇਹਨਾਂ ਨੂੰ ਸੜਕਾਂ ਤੇ ਉਤਰਨਾ ਪਿਆ ਤੁਸੀਂ ਦੇਖ ਸਕਦੇ ਹੋ। ਨੇਸ਼ਨ ਵਾਈਡ ਬੈਂਕ ਸਟ੍ਰਾਈਕ ਅਗੇਂਸਟ ਪ੍ਰਾਈਵੇਟਾਈਜੇਸ਼ਨ ਆਫ ਬੈਂਕਸ। ਆਹ ਦੇਖੋ ਇਹ ਨਾਰੇ ਲਗਾ ਰਹੇ ਨੇ ਕਿ ਇਹ ਹਿੰਦੁਸਤਾਨ ਦੀ ਸਰਕਾਰ ਨਾਲ ਗੱਲ ਨਹੀਂ ਕਰ ਸਕਦੇ ਸੀਗੇ, ਕਿ ਹਿੰਦੁਸਤਾਨ ਦੀ ਸਰਕਾਰ ਇਹਨਾਂ ਦੀ ਗੱਲ ਨਹੀਂ ਸੁਣ ਸਕਦੀ ਸੀ। ਕੀ ਐਸਾ ਕਾਰਨ ਹੋਇਆ ਕਿ ਇਹਨਾਂ ਨੂੰ ਸੜਕਾਂ ਤੇ ਉਤਰ ਕੇ ਬਾਜ਼ਾਰਾਂ ਜਾਣਾ ਪਿਆ ਤੇ ਆਪਣੀ ਗੱਲ ਕਹਿਣੀ ਪਈ। ਆਓ ਇਹਨਾਂ ਨਾਲ ਗੱਲ ਕਰਦੇ ਆ ਔਰ ਜਾਣਦੇ ਆ। ਬਾਜੀ ਤੁਸੀਂ अपनी गल कहना चाहोगे किस लिए तुहानू सड़कों से उतरना पिया, किस लिए तुहानू स्ट्राइक करनी पई? गल रखना चाहोगे अपने सामने तुसीं इस टाइम लाइव हो। कौन है तुहाडे जिहड़ा अपनी गल रखना चाहूगा? रिप्रेजेंटेटिव वित्त मंत्री सर कौन तुहाडे कोल अपनी गल रखना चाहेगा जिहड़ा तुहानू इत्थे स्ट्राइक ते उतरना पिया? लाइव तुहाडीआं तस्वीरां जा रहीआं है पूरे शहर दे विच। निजीकरण बंद करो, निजीकरण बंद करो सर। तुसीं ये पूरे निजीकरण बंद करो सर। एक तुसीं जिहड़ी है स्ट्राइक कीती है 2 दिन दी और इस टाइम तुसीं सड़कां ते उतरना पिया है एक मार्च के रूप दे विच। ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਇਹ ਸਭ ਕੁਝ ਤੁਹਾਨੂੰ ਕਿਸ ਲਈ ਕਰਨਾ ਪਿਆ? ਇਹ ਸਾਨੂੰ ਇਸ ਕਰਕੇ ਕਰਨਾ ਪਿਆ ਜਿਹੜੀ ਆਮ ਜਨਤਾ ਦਾ ਇਹ ਸਰਕਾਰ ਬਿਲਕੁਲ ਧਿਆਨ ਨਹੀਂ ਰੱਖ ਰਹੀ। ਬੈਂਕਾਂ ਦੀਆਂ ਕਾਸਟਾਂ ਇੰਨੀਆਂ ਜ਼ਿਆਦੀਆਂ ਹੋ ਗਈਆਂ, ਤੁਸੀਂ ਬੈਂਕ 'ਚ ਕੋਈ ਕੰਮ ਕਰਾਉਣ ਜਾਓ ਤੁਹਾਨੂੰ ਸਟੇਟਮੈਂਟ ਚਾਰਜਿਸ ਲੱਗਦੇ, ਤੁਹਾਨੂੰ ਹਰ ਚੀਜ਼ ਲੱਗਦੀ। ਗਰੀਬ ਬੰਦੇ ਦਾ ਐਡਾ ਬੁਰਾ ਹਾਲ ਆ, ਉੱਤੋਂ ਬੈਂਕ ਪ੍ਰਾਈਵੇਟਾਈਜੇਸ਼ਨ ਕਰਨ ਜਾ ਰਹੀ ਗਵਰਨਮੈਂਟ ਨੂੰ ਪੁੱਛੋ ਕਿ ਬੈਂਕ ਸਕਿਊਜ਼ ਕਰਕੇ 4 ਕਰਤੇ, ਹੁਣ ਤੁਸੀਂ ਇਹਨਾਂ ਨੂੰ ਵੀ ਪ੍ਰਾਈਵੇਟ ਕਰ ਦੇਣਾ ਤੇ ਜਿਹੜਾ ਗਰੀਬ ਬੰਦਾ ਜਿਹੜੀ ਪੈਨਸ਼ਨ ਆਉਂਦੀ ਉਹ ਕਿੱਥੇ ਜਾਊਗਾ ਪੈਨਸ਼ਨ ਲੈਣ ਆਪਣੀ? ਉਹ ਪ੍ਰਾਈਵੇਟ ਬੈਂਕ ਤੇ ਜਾਊਗਾ ਕਿ ਉਹਦੀ ਜੇਬ 'ਚ 10,000 ਰੁਪਈਆ ਹੈਗਾ ਉੱਥੇ ਆ ਕੇ ਖਾਤਾ ਖਿਲਾਵੇ ਉਹ। ਇਸ ਕਰਕੇ ਸਾਡੀ ਇਹ ਮਜਬੂਰੀ ਹੈ। ਸਾਡੀ ਜਿਹੜੀ ਸਟ੍ਰਾਈਕ ਕਰਨੀ, ਸਾਡੀਆਂ ਤਨਖਾਹਾਂ ਕੱਟੀਆਂ ਜਾਣੀਆਂ। ਸਾਨੂੰ ਕੋਈ ਸ਼ੌਂਕ ਨਹੀਂ ਹੈ, ਅਸੀਂ ਸਿਰਫ ਜਨਤਾ ਦੀ ਹੱਕ ਦੇ ਵਿੱਚ ਅਸੀਂ ਇਹ ਸਟ੍ਰਾਈਕ ਕੀਤੀ ਹੈ। ਇਸ ਕਰਕੇ ਕੀਤੀ ਹੈ ਕਿ ਆਮ ਜਨਤਾ ਨੂੰ ਜਿਹੜੀ ਗਵਰਨਮੈਂਟ ਕੁਚਲਣਾ ਚਾਹੁੰਦੀ ਹੈ ਉਹਨੂੰ ਇਹ ਅਸੀਂ ਬਚਾ ਸਕੀਏ ਆਪਣੇ ਸੰਘਰਸ਼ ਦੇ ਥਰੂ। एक सर मैं तुहानू गल होर पूछना चाहूँगा। अज तो 50-60 साल पुरानी गल करिए तो सारे बैंक प्राइवेटाइज सीगे, बाद इंदिरा गांधी ने इहदी नैशनलाइजेशन स्कीम चलाई और नैशनलाइज बैंक होए और पिछले आप 50-60-70 साल तो देख रहे हैं नैशनलाइज बैंक हैगे ने। कि हिंदुस्तान नू नैशनलाइजेशन का फायदा होया, बैंक्स नू नैशनलाइज करन दा जिहड़ा इंदिरा गांधी ने स्टैप चुक्या सी? नैचुरली फायदा होया। तुसीं ये दुकानदार नाल चल जाओ, जिहड़ा छोटा बिजनेसमैन है, कोई दुकानदार इहनूं जाके पुछो जो प्राइवेट बैंक सी कोई इन्हां नूं लोन दिंदा सी? कोई ਜਿਹੜੀਆਂ ਗਵਰਨਮੈਂਟ ਦੀਆਂ ਸਕੀਮਾਂ ਉਹਦੇ ਤੇ ਲੋਨ ਹੁੰਦਾ ਸੀਗਾ? ਅੱਜ 10,000 ਦੀ ਗਵਰਨਮੈਂਟ ਸਕੀਮ ਚਲਾ ਰਹੀ ਹੈ ਕਿ ਕੋਈ ਪ੍ਰਾਈਵੇਟ ਬੈਂਕ ਉਹ ਸਕੀਮ ਚਲਾਏਗਾ ਵੈਂਡਰ ਲਈ? ਆ ਰੇਹੜੀ ਵਾਲੇ ਲਈ, ਰਿਕਸ਼ਾ ਵਾਲੇ ਲਈ, ਛੋਟੇ ਜਿਹੜੇ ਟਰਾਂਸਪੋਰਟਰ ਆ ਉਹਨਾਂ ਨੂੰ ਜਿਹੜੇ ਫਾਈਨਾਂਸ ਕਰਦੇ ਆ, ਇਹ ਸਾਰੇ ਜਿਹੜੇ ਆਪਣੇ ਨੈਸ਼ਨਲਾਈਜ਼ ਬੈਂਕ ਕਰਦੇ ਆ। ਪ੍ਰਾਈਵੇਟ ਬੈਂਕ ਕੋਈ ਨਹੀਂ ਫਾਈਨਾਂਸ ਕਰਦਾ। ਸਰ ਤੁਸੀਂ ਆਪਣਾ ਨਾਮ ਔਰ ਪਹਿਚਾਣ ਵੀ ਜ਼ਰੂਰ ਦੱਸੋ ਦਰਸ਼ਕਾਂ ਨੂੰ ਤਾਂ ਕਿ ਉਹ ਜਾਣ ਸਕਣ ਤੁਸੀਂ ਇੱਕ ਬੈਂਕ EMPLOYE ਹੋ। ਮੇਰਾ ਨਾਮ ਨਰਿੰਦਰ ਸਿੰਘ ਹੈ, ਜਿਹੜੀ ਪੰਜਾਬ ਬੈਂਕ EMPLOYE ਫੈਡਰੇਸ਼ਨ ਹੈ, ਮੈਂ ਉਹਦਾ ਜ਼ੋਨਲ ਸੈਕਟਰੀ ਹਾਂ। ਔਰ ਅਸੀਂ ਇਹ ਬੜੇ ਦੁਖੀ ਮਨ ਨਾਲ ਸਟ੍ਰਾਈਕ ਕਰ ਰਹੇ। ਸਾਨੂੰ ਵੀ ਪਤਾ ਲੋਕਾਂ ਦਾ ਮਤਲਬ ਲੋਕਾਂ ਨੂੰ ਸਾਡੇ ਨਾਲ ਬੀਅਰ ਕਰਨਾ ਚਾਹੀਦਾ, ਕਿਉਂਕਿ ਇਸੇ ਟਾਈਮ ਹੈ ਜੇ ਅਸੀਂ ਇਸ ਸਰਕਾਰ ਨੂੰ ਨਹੀਂ ਰੋਕਾਂਗੇ ਤੇ ਇਹ ਇੰਨਾ ਬੁਰਾ ਹਾਲ ਕਰ ਦੇਗੀ ਕਿ ਜਿਹੜਾ ਗਰੀਬ ਬੰਦਾ ਸਿਰਫ 5-7-10 ਹਜ਼ਾਰ ਦੀ ਨੌਕਰੀ ਜੋਗਾ ਹੀ ਰਹਿ ਜਾਊਗਾ। ਅੱਗੇ ਸਾਰਿਆਂ ਦਾ ਕੈਰੀਅਰ ਖਤਮ ਹੈ। ਬੱਚੇ ਸਾਰੇ ਬਾਹਰ ਜਾ ਰਹੇ ਪੜ੍ਹਨ ਲਈ। ਸਾਨੂੰ ਕਿੰਨਾ ਅਫਸੋਸ ਹੈ, ਸਾਡੇ ਸਾਰੇ ਬੱਚੇ ਜਿਹੜੇ ਇੱਥੇ ਪੜ੍ਹ ਲਿਖ ਕੇ ਇੱਥੇ ਦੀ ਇੰਸਟੀਟਿਊਸ਼ਨ 'ਚ ਪੜ੍ਹ ਲਿਖ ਕੇ ਬਾਹਰ ਜਾ ਕੇ ਨੌਕਰੀਆਂ ਕਰਦੇ ਆ। ਔਰ ਅਸੀਂ ਤੁਸੀਂ ਦੇਖੋ ਮੇਰਾ ਆਪਣਾ ਭਤੀਜਾ ਬਾਹਰ ਗਿਆ ਹੈ ਨਾ, ਉਹ ਜਿਹੜੇ ਕਰ ਰਹੇ ਆ ਉਹਨਾਂ ਦੀ ਵੀ ਨੌਕਰੀਆਂ ਖੋ ਰਹੇ ਆ। ਇਹ ਟਾਈਮ ਹੈ ਕਿ ਅਸੀਂ ਸਾਰੀ ਆਮ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਸਾਡੀ ਸਪੋਰਟ ਕਰੋ। ਸਾਡੀ ਇਹ ਸਟ੍ਰਾਈਕ ਹੈ ਜਿਹੜੀ ਸਾਡੇ ਆਪਣੇ ਲਈ ਨਹੀਂ ਹੈਗੀ, ਇਹ ਸਿਰਫ ਆਮ ਜਨਤਾ ਦੇ ਹਿੱਤ ਵਿੱਚ ਹੈਗੀ ਹੈ। ਇਹ ਕੀ ਟਰਨਓਵਰ ਕੋਈ ਬੈਂਕਾਂ ਦੀ ਟਰਨਓਵਰ 'ਚ ਫਰਕ ਪਿਆ ਪਿਛਲੇ 50 ਸਾਲਾਂ ਜੋ ਪ੍ਰਾਈਵੇਟਾਈਜੇਸ਼ਨ ਵੇਲੇ ਟਰਨਓਵਰ ਸੀ ਤਾਂ ਹੁਣ ਅੱਜ ਟਰਨਓਵਰ ਹੈਗੀ ਹੈ? ਟਰਨਓਵਰ ਤੇ ਫਰਕ ਨਹੀਂ ਪਿਆ ਕਿਉਂਕਿ ਆਪਰੇਟਿੰਗ ਪ੍ਰੋਫਿਟ ਸਾਡੇ ਬਹੁਤ ਵੱਧ ਰਹੇ ਆ। ਸਿਰਫ ਜਿਹੜੇ NPA ਵੱਧ ਰਹੇ ਆ, ਜਿਹੜੇ ਕਾਰਪੋਰੇਟ NPA ਵੱਧ ਰਹੇ ਆ, ਉਹਦੇ ਕਰਕੇ ਨੁਕਸਾਨ ਹੋਇਆ। ਕਾਰਪੋਰੇਟ NPA ਕਰਕੇ ਤੁਹਾਡਾ ਕਹਿਣਾ ਹੈ ਕਿ ਜਿਹੜਾ ਬੈਂਕਾਂ ਨੂੰ ਨੁਕਸਾਨ ਹੋ ਰਿਹਾ ਕਾਰਪੋਰੇਟ NPAs ਕਰਕੇ ਹੋ ਰਿਹਾ, ਨਾ ਕਿ ਛੋਟੇ ਲੋਨਾਂ ਕਰਕੇ ਹੋ ਰਿਹਾ?
ਛੋਟੇ ਲੋਨਾਂ ਕਰਕੇ ਨਹੀਂ ਹੋ ਰਿਹਾ, ਕਿਸਾਨਾਂ ਕਰਕੇ ਲੋਨ ਕਰਕੇ ਨਹੀਂ ਹੋ ਰਿਹਾ, ਸਿਰਫ ਜਿਹੜੇ ਬਲਕ ਕਾਰਪੋਰੇਟ ਲੋਨਸ ਹੈਗੇ ਉਹਦੇ ਕਰਕੇ ਨੁਕਸਾਨ ਹੋ ਰਿਹਾ। ਔਰ ਉਹਨਾਂ ਨੂੰ ਬਚਾਉਣ ਵਾਸਤੇ ਹੀ ਪਹਿਲਾਂ ਨੇ ਇਹਨਾਂ ਨੇ ਬੈਂਕਾਂ ਦਾ ਮਰਜਰ ਕੀਤਾ। ਹੁਣ ਬੈਂਕਾਂ ਦਾ ਮਰਜਰ ਕਰਨ ਤੋਂ ਬਾਅਦ ਜੀ ਹੁਣ ਪ੍ਰਾਈਵੇਟਾਈਜ਼ ਕਰ ਰਹੇ ਆ। ਮਰਜਰ ਕਰਨ ਦਾ ਮਤਲਬ ਇਹ ਸੀਗਾ, ਮਰਜਰ ਕਰਨ ਦਾ ਮਤਲਬ ਇਹ ਸੀਗਾ ਕਿ ਤੁਹਾਨੂੰ ਜਿਹੜੀ ਉਹ ਬੈਂਕ ਸਕਿਊਜ਼ ਕਰਦੀ ਹੈ ਉਹਦੇ 'ਚ ਸਾਨੂੰ ਪ੍ਰਾਈਵੇਟ ਕਰਨ 'ਚ ਹਿੱਚੇ ਨਾ ਆਉਣ। ਉਹਦਾ ਮਤਲਬ ਹੈ ਕਿ ਜਿਹੜੇ ਇੱਕ ਪਾਰਟਿਕੂਲਰ ਬੈਂਕ ਦੇ ਐਨਪੀਐਸ ਜ਼ਿਆਦਾ ਸ਼ੋ ਹੋ ਰਿਹਾ, ਇੱਕ ਪਾਰਟਿਕੂਲਰ ਬੈਂਕ ਦੇ ਐਨਪੀਐਸ ਘੱਟ ਆ। ਅਗਰ ਉਹਨਾਂ ਨੂੰ ਦੋਨਾਂ ਨੂੰ ਮਰਜ ਕਰ ਦਿੱਤਾ ਜਾਵੇ ਤਾਂ ਜਿਹੜੇ ਨੈਟ ਐਨਪੀਐਸ ਦਾ ਘੱਟ ਸ਼ੋ ਹੋਣਗੇ। ਪਲੱਸ ਇਹਨਾਂ ਜਦੋਂ ਆਹ ਮਰਜਰ ਦੀ ਡਰਾਈਵ ਹੋਏਗੀ ਇਹਦੇ 'ਚ ਜਿਹੜੇ ਐਨਪੀਐਸ ਕੁਝ ਰਾਈਟ ਆਫ ਕਰ ਦਿੱਤੇ ਜਾਣ ਕਾਰਪੋਰੇਟਸ ਦੇ, ਉਹਦਾ ਵੀ ਪਤਾ ਨਹੀਂ ਲੱਗੇਗਾ। ਬੈਲੈਂਸ ਸ਼ੀਟ ਨੂੰ ਸਾਫ਼ ਕਰਨ ਲਈ ਇਹ ਮਰਜਰ ਕੀਤਾ, ਬੈਲੈਂਸ ਸ਼ੀਟ ਨੂੰ ਸਾਫ਼ ਕਰਨ ਲਈ, ਤਾਂ ਕਿ ਇਹਨਾਂ ਦੇ ਜਿਹੜੇ ਕਾਰਪੋਰੇਟ ਲੋਨ ਆ ਉਹ ਥੋੜੇ ਡਿਕਲਾਈਨ ਹੋ ਜਾਣ, ਉਹ ਬੈਲੈਂਸ ਸ਼ੀਟ ਤੇ ਘੱਟ ਨਜ਼ਰ ਆਉਣ। ਹੋਰ ਕੁਝ ਨਹੀਂ ਹੈ। ਉਹ ਤੁਸੀਂ ਹੁਣ ਜਿਹੜਾ ਇਹ ਹੁਣ ਪ੍ਰਾਈਵੇਟਾਈਜੇਸ਼ਨ ਦੀ ਮੁਹਿੰਮ ਚਲਾ ਰਹੀ ਹੈ ਬੈਂਕਾਂ ਦੀ ਸਰਕਾਰ, ਇਹਦੇ ਪਿੱਛੇ ਤੁਸੀਂ ਬੈਂਕ ਦੀ ਪ੍ਰਾਈਵੇਟਾਈਜੇਸ਼ਨ ਪਿੱਛੇ ਸਰਕਾਰ ਦੀ ਕੀ ਨੀਅਤ ਦੇਖਦੇ ਹੋ? ਕਿਸ ਨੀਅਤ ਨਾਲ ਉਹ ਕਰ ਰਹੀ ਹੈ? ਸਰਕਾਰ ਹਰ ਚੀਜ਼ ਤੋਂ ਆਪਣਾ ਪੱਲਾ ਝਾੜਨਾ ਚਾਹੁੰਦੀ, ਹਰ ਚੀਜ਼ ਤੋਂ ਪੱਲਾ ਝਾੜਨਾ ਚਾਹੁੰਦੀ ਹੈ। ਸਰਕਾਰ ਕਹਿੰਦੀ ਸਾਡੀ ਕੋਈ ਜ਼ਿੰਮੇਵਾਰੀ ਨਾ ਹੋਵੇ। ਸਰਕਾਰ ਫਿਰ ਸਰਕਾਰ ਕਾਹਦੀ ਹੈ? ਜੇ ਸਰਕਾਰ ਨੇ ਕੋਈ ਰਿਸਪੌਂਸਿਬਿਲਿਟੀ ਨਹੀਂ ਲੈਣੀ ਫਿਰ ਸਰਕਾਰ ਕੀ ਲੋੜ ਹੈ ਸਰਕਾਰ ਦੀ? ਫਿਰ ਸਿੱਧਾ ਅੰਬਾਨੀ ਅਡਾਨੀ ਕਰਨ ਸਭ ਕੁਝ। ਸਰਕਾਰ ਤੇ ਇਸੇ ਕਰਕੇ ਬਣਾਈ ਜਾਂਦੀ। ਪਹਿਲੇ ਲੋਕੇਸ਼ਨ ਦਿਖਾ ਦੀ ਸਾਰੇ। ਬਹੁਤ ਹੀ ਪਿਆਰ ਭਰੀ ਤੇ ਮਿੱਠੀ ਤੇ ਨਿੱਘੀ ਸਤਿ ਸ੍ਰੀ ਅਕਾਲ ਸਾਰੇ ਫਗਵਾੜਾ ਪ੍ਰਾਈਮ ਟਾਈਮ ਟੀਵੀ ਦੇ ਵਿਊਅਰਸ ਨੂੰ। ਅਸੀਂ ਦੱਸ ਦਈਏ ਇਸ ਟਾਈਮ ਅਸੀਂ ਨੈਸ਼ਨਲ ਹਾਈਵੇ ਤੇ ਮੌਜੂਦ ਹਾਂ, ਜੀਟੀ ਰੋਡ ਫਗਵਾੜਾ ਤੇ। ਔਰ ਇਸ ਤਰਫ ਜਿਹੜੀ ਰੋਡ ਹੈ ਉਹ ਲੁਧਿਆਣਾ ਨੂੰ ਜਾ ਰਹੀ ਹੈ, ਔਰ ਇਸ ਤਰਫ ਜਿਹੜੀ ਰੋਡ ਹੈ ਜਲੰਧਰ ਨੂੰ ਜਾ ਰਹੀ ਹੈ। ਅਸੀਂ ਐਨ ਨੈਸ਼ਨਲ ਹਾਈਵੇ ਦੇ ਇਸ ਟਾਈਮ ਉੱਪਰ ਖੜੇ ਹਾਂ ਔਰ ਤੁਹਾਨੂੰ ਅਸੀਂ ਤਸਵੀਰਾਂ ਦਿਖਾਣਾ ਚਾਹਾਂਗੇ। ਜਿਹੜੀ ਬਿਲਕੁਲ ਸਾਹਮਣੇ ਦੀਆਂ ਤਸਵੀਰਾਂ ਨੇ ਉਹ ਪੰਜਾਬ ਨੈਸ਼ਨਲ ਬੈਂਕ ਦੀਆਂ ਨੇ, ਜਿੱਥੇ ਅਲੱਗ-ਅਲੱਗ ਬੈਂਕਾਂ ਦੇ EMPLOYEES ਇਕੱਠੇ ਹੋਏ ਨੇ ਔਰ ਸਟ੍ਰਾਈਕ ਦਾ ਐਲਾਨ ਕੀਤਾ ਹੈ। ਉਹਨਾਂ ਨੇ ਇੱਕ ਨੇਸ਼ਨ ਵਾਈਡ ਸਟ੍ਰਾਈਕ ਦਾ ਐਲਾਨ ਕੀਤਾ ਹੈ। ਬੈਨਰਸ ਉਹਨਾਂ ਦੇ ਹੱਥ ਦੇ ਵਿੱਚ ਫੜੇ ਹੋਏ ਨੇ, ਤੁਸੀਂ ਦੇਖੋਗੇ। ਅਸੀਂ ਦਿਖਾਣਾ ਚਾਹਾਂਗੇ, ਕੈਮਰਾਮੈਨ ਨੂੰ ਕਵਾਂਗੇ ਪਿੱਛੇ ਵਾਲਾ ਵੱਡਾ ਬੈਨਰ ਵੀ ਦਿਖਾਵੇ ਜਿੱਤੇ ਲਿਖਿਆ ਹੈ ਨੈਸ਼ਨਲ ਵਾਈਡ ਬੈਂਕ ਸਟ੍ਰਾਈਕ 15 ਅਤੇ 16 ਮਾਰਚ। ਔਰ ਉਹ ਆਪਣੀ ਗੱਲ ਕਹਿਣ ਲਈ ਉਹਨਾਂ ਨੇ ਆਪਣੀ ਸ਼ਰਟ ਦੇ ਉੱਤੇ ਵੀ ਬੈਨਰਸ ਕੁਝ ਲਗਾਏ ਹੋਏ ਨੇ, ਅਸੀਂ ਉਹ ਵੀ ਦਿਖਾਣਾ ਚਾਹਾਂਗੇ ਤੁਹਾਨੂੰ। ਔਰ ਉਹਨਾਂ ਨਾਲ ਗੱਲ ਵੀ ਕਰਾਂਗੇ ਕਿ ਉਹ ਇੱਕ ਪੜ੍ਹਿਆ ਲਿਖਿਆ ਤਬਕਾ ਹੈ ਆਪਣੇ ਹਿੰਦੁਸਤਾਨ ਦਾ, ਜਿਹੜਾ ਕਿ ਬਹੁਤ ਹੀ ਪੜ੍ਹਾਈ ਲਿਖਾਈ ਕਰਕੇ ਅਲੱਗ-ਅਲੱਗ ਕੰਪੀਟੀਸ਼ਨ ਐਗਜ਼ਾਮਸ ਕਲੀਅਰ ਕਰਕੇ ਇੱਥੇ ਪਹੁੰਚਿਆ ਹੈ। ਔਰ ਇਹ ਗੱਲ ਅਸੀਂ ਇਸ ਲਈ ਕਹਿ ਰਹੇ ਹਾਂ ਕਿ ਇੱਥੋਂ ਉਹਨਾਂ ਦੀ ਸਮਝਦਾਰੀ ਦਾ, ਵਿਜ਼ਡਮ ਦਾ ਪਤਾ ਲੱਗਦਾ ਹੈ। ਉਹ ਕਿਸੇ ਵੀ ਚੀਜ਼ ਦਾ ਨਿਰਪੱਖ ਹੋ ਕੇ ਆਪਣਾ ਫੈਸਲਾ ਕਰ ਸਕਦੇ ਹਨ, ਸੋਚ ਸਕਦੇ ਹਨ ਤਰਕ ਦੇ ਆਧਾਰ ਦੇ ਉੱਤੇ। ਕਿਸੇ ਵੀ ਚੀਜ਼ ਨੂੰ ਤਰਕ ਦੇ ਆਧਾਰ ਦੇ ਉੱਤੇ ਪ੍ਰੋਜ਼ ਐਂਡ ਕੌਨਸ ਦੇਖ ਕੇ ਉਹਦਾ ਫੈਸਲਾ ਕਰਦੇ ਨੇ। ਅਗਰ ਫਿਰ ਵੀ ਉਹਨਾਂ ਨੂੰ ਆਪਣੀ ਗੱਲ ਕਹਿਣ ਲਈ ਸੜਕਾਂ ਤੇ ਉਤਰਨਾ ਪਿਆ ਹੈ, ਇੱਕ ਸਟ੍ਰਾਈਕ ਦਾ ਐਲਾਨ ਕਰਨਾ ਪਿਆ ਹੈ। ਔਰ ਇਸ ਟਾਈਮ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ, ਉਹ ਸੜਕ ਦੇ ਉੱਤੇ ਖੜੇ ਨੇ। ਉਹ ਕਿਉਂ ਖੜੇ ਨੇ? ਕਿਉਂ ਉਹਨਾਂ ਦੀ ਗੱਲ ਨਹੀਂ ਸੁਣੀਗੀ ਸਰਕਾਰ ਨੇ? ਕਿਉਂ ਉਹਨਾਂ ਨੂੰ ਆਪਣੀ ਗੱਲ ਸੁਣਾਉਣ ਲਈ ਸਟ੍ਰਾਈਕ ਦਾ ਐਲਾਨ ਕਰਨਾ ਪਿਆ, ਉਹ ਵੀ ਨੇਸ਼ਨ ਵਾਈਡ, ਔਰ ਆਪਣੀ ਗੱਲ ਸੁਣਾਉਣ ਲਈ ਬੈਨਰਸ ਲਾਣੇ ਪੈਣ? ਅਸੀਂ ਸਿੱਧਾ ਚੱਲਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਕਿਉਂ ਤੁਹਾਨੂੰ ਇਹ ਆਪਣੀ ਗੱਲ ਕਹਿਣ ਲਈ ਬੈਨਰਸ ਦਾ ਰਸਤਾ ਇਸਤੇਮਾਲ ਕਰਨਾ ਪਿਆ, ਸੜਕ ਤੇ ਉਤਰਨ ਦਾ ਰਸਤਾ ਇਸਤੇਮਾਲ ਕਰਨਾ ਪਿਆ? ਇਹ ਜਿਹੜੇ ਬੈਨਰਸ ਤੇ ਜਿਹੜੇ ਸਾਨੂੰ ਇਹ ਯੂਜ਼ ਕਰਨੇ ਪਏ, ਸੜਕ ਤੇ ਆਉਣਾ ਪਿਆ, ਬੈਂਕ ਬੰਦ ਕਰਕੇ ਹੜਤਾਲ ਤੇ ਆਉਣਾ ਪਿਆ, ਇਹ ਸਭ ਗਵਰਨਮੈਂਟ ਦੀ ਨਖੇਦੀ ਆ। ਗਵਰਨਮੈਂਟ ਆਪਦੀਆਂ ਨਖੇਦੀਆਂ ਨੂੰ ਕਵਰ ਕਰਨ ਲਈ ਹੁਣ ਪਬਲਿਕ ਸੈਕਟਰ ਨੂੰ ਵੇਚਣ ਦੀ ਜਿਹੜੀ ਉਹਨਾਂ ਨੇ ਬਜਟ ਪ੍ਰੈਜੈਂਟੇਸ਼ਨ ਦਿੱਤੀ ਆ, ਉਹਨਾਂ ਨੇ ਕਿਹਾ ਕਿ ਅਸੀਂ ਬੈਂਕ ਪ੍ਰਾਈਵੇਟ ਕਰ ਦੇਣੇ ਆ। ਜੇ ਬੈਂਕਾਂ ਨੂੰ ਪ੍ਰਾਈਵੇਟ ਕਰਨ ਦੀ ਉਹ ਗੱਲ ਕਰਨਗੇ ਤੇ ਅਸੀਂ ਬੈਂਕਾਂ ਦੇ ਅੰਦਰ ਨਹੀਂ ਬੈਠੇ ਰਵਾਂਗੇ। ਅਸੀਂ ਆਪਦੇ ਰਾਈਟ ਲਈ ਲੜਨਾ ਜਾਣਦੇ ਹਾਂ, ਇਹ ਡੈਮੋਕ੍ਰੇਸੀ ਹੈ। ਅਸੀਂ ਆਪਦੇ ਰਾਈਟ ਲਈ ਬਿਲਕੁਲ ਲੜਾਂਗੇ। ਜਿਵੇਂ ਹੁਣ 2 ਦਿਨ ਦੀ ਸਟ੍ਰਾਈਕ ਸਿਰਫ ਅਨਾਉਂਸ ਕੀਤੀ ਹੈ 15 16 ਮਾਰਚ ਦੀ, ਅੱਜ ਅਸੀਂ 15 ਮਾਰਚ ਨੂੰ ਵੀ ਬੜਾ ਵਧੀਆ ਐਜੂਕੇਸ਼ਨ ਸ਼ਹਿਰ ਕੀਤਾ ਸੀਗਾ ਫਗਵਾੜੇ। ਇਹ ਆਲ ਓਵਰ ਇੰਡੀਆ ਨੈਸ਼ਨ ਵਾਈਡ ਸਟ੍ਰਾਈਕ ਹੈ। ਫਗਵਾੜੇ 'ਚ ਅਸੀਂ ਆਪਦਾ ਪ੍ਰੈਜੈਂਟੇਸ਼ਨ ਦਿੱਤੀ ਹੈ ਕੱਲ 15 ਮਾਰਚ ਨੂੰ ਵੀ, ਅੱਜ 16 ਮਾਰਚ ਨੂੰ ਵੀ। ਇਹ 2 ਦਿਨ ਦੀ ਸਟ੍ਰਾਈਕ ਸੀ। ਅਸੀਂ ਇਹ ਸਟ੍ਰਾਈਕ ਨੂੰ, ਜੇ ਗਵਰਨਮੈਂਟ ਸਾਡੀਆਂ ਮੰਗਾਂ ਮੰਨ ਲੈਂਦੀ ਆ ਤਾਂ ਬਹੁਤ ਅੱਛੀ ਗੱਲ ਹੈ। ਅਸੀਂ ਦੁਬਾਰਾ ਅੰਦਰ ਬੈਠਾਂਗੇ ਲੋਕਾਂ ਦੀ ਸੇਵਾ ਲਈ। ਅਸੀਂ ਕਰਦੇ ਰਹੇ ਹਾਂ, ਕਰਦੇ ਰਵਾਂਗੇ, ਅੱਗੋਂ ਵੀ ਕਰਦੇ ਰਵਾਂਗੇ ਸੇਵਾ। ਅਸੀਂ ਦੁਬਾਰਾ ਅੰਦਰ ਬਹਿ ਜਾਾਂਗੇ। ਪਰ ਜੇ ਗਵਰਨਮੈਂਟ ਨਹੀਂ ਮੰਨਦੀ, ਇਹ ਜਿਹੜੀ 2 ਦਿਨ ਦੀ ਸਟ੍ਰਾਈਕ ਹੈ, ਅਸੀਂ ਬੇਮਿਆਦੀ ਸਟ੍ਰਾਈਕ ਤੇ ਵੀ ਜਾ ਸਕਦੇ ਹਾਂ। ਅਸੀਂ ਇਹਨੂੰ ਇਨਡੈਫੀਨਿਟ ਸਟ੍ਰਾਈਕਸ ਵੀ ਕਨਵਰਟ ਕਰ ਸਕਦੇ ਹਾਂ। ਇਹ ਤਾਂ ਬੜਾ ਸਿੰਪਲ ਜੈਸਚਰ ਹੈ। ਅਸੀਂ ਬੜੇ ਪਿਆਰ ਨਾਲ, ਬੜੇ ਨਾਰਮਲ ਤਰੀਕੇ ਨਾਲ ਪ੍ਰੋਟੈਸਟ ਕੀਤਾ ਆਪਦਾ। ਕਿਸੇ ਅਸੀਂ ਚੀਜ਼ ਨੂੰ ਨੁਕਸਾਨ ਨਹੀਂ ਪਹੁੰਚਾਇਆ ਹੈਗਾ ਇਸ ਸਟ੍ਰਾਈਕ ਦੇ ਦੌਰਾਨ। ਅਸੀਂ ਇਸ ਸਟ੍ਰਾਈਕ ਨੂੰ ਸਕਸੈਸਫੁਲ ਮੰਨਦੇ ਹਾਂ।
ਗਵਰਨਮੈਂਟ ਤੱਕ ਸਾਡੀ ਆਵਾਜ਼ ਪਹੁੰਚੀ। ਗਵਰਨਮੈਂਟ ਨੂੰ ਜਿਹੜਾ ਲਾਸ ਹੋਇਆ 2 ਦਿਨਾਂ ਦੀ ਸਟ੍ਰਾਈਕ ਦੀ, ਬੈਂਕਾਂ ਦੀ ਸਟ੍ਰਾਈਕ ਨਾਲ, ਗਵਰਨਮੈਂਟ ਨੂੰ ਪਤਾ ਹੈ ਉਸ ਚੀਜ਼ ਦਾ। ਆંકੜੇ ਸਾਰਿਆਂ ਨੂੰ ਪਤਾ ਹੁੰਦੇ ਆ, ਗੂਗਲ 'ਚ ਵੀ ਆ ਜਾਣੇ ਆ, ਨਿਊਜ਼ ਚੈਨਲਾਂ 'ਚ ਵੀ ਆ ਜਾਣੇ ਆ ਵੀ ਕਿੰਨਾ ਲਾਸ ਹੋਇਆ ਗਵਰਨਮੈਂਟ ਨੂੰ। ਅਸੀਂ ਨਹੀਂ ਚਾਹੁੰਦੇ ਕਿ ਇੰਟਰਫੇਅਰ ਸਟ੍ਰਾਈਕ ਹੋਵੇ। ਗਵਰਨਮੈਂਟ ਦੇ ਵੀ ਜਿੰਨਾ ਥੋੜਾ ਬਹੁਤ ਲਾਸ ਬੀਅਰ ਕੀਤਾ ਉਹਨੇ, ਇਹਨੂੰ ਹੋਏ ਹੋਰ ਵਧੇ। ਤੁਸੀਂ ਦੇਖੋ ਮੇਰੀ ਉਮਰ ਦੇ ਬੱਚੇ ਹੈਗੇ ਆ, ਅਸੀਂ ਜਿਵੇਂ ਤੁਸੀਂ ਦੱਸਿਆ ਕੰਪੀਟੀਟਿਵ ਐਗਜ਼ਾਮ ਕਲੀਅਰ ਕਰਕੇ ਬੱਚੇ ਨੌਕਰੀਆਂ ਤੇ ਆਉਂਦੇ ਆ। ਕੀ ਅਸੀਂ ਮਤਲਬ ਹੁਣ ਅਸੀਂ ਪ੍ਰਾਈਵੇਟ ਨੌਕਰੀ ਕਰਨੀ ਹੁੰਦੀ, ਅਸੀਂ ਪੇਪਰਾਂ ਦੀ ਤਿਆਰੀ ਕਾਹਤੋਂ ਕਰਨੀ ਸੀ ਹਨਾ? ਅਸੀਂ ਗਵਰਨਮੈਂਟ ਨੂੰ ਇੰਨੀਆਂ ਫੀਸਾਂ ਪੇ ਕਰਕੇ ਪੇਪਰ ਦੇ ਕੇ ਫਿਰ ਅਸੀਂ ਅੰਦਰ ਆਪਦੀ ਜੌਬ 'ਚ ਆਏ ਆ। ਹੁਣ ਗਵਰਨਮੈਂਟ ਇੱਕਦਮ ਡਿਸਾਈਡ ਕਰ ਲੂਗੀ, ਜੇ ਮੈਜੋਰਟੀ ਗਵਰਨਮੈਂਟ ਬਣ ਗਈ ਆ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਮਤਲਬ ਡਿਕਟੇਟਰਸ਼ਿਪ ਕਰੋਗੇ। ਇੰਡੀਆ 'ਚ ਡੈਮੋਕ੍ਰੇਸੀ ਹੈ, ਡਿਕਟੇਟਰਸ਼ਿਪ ਨਹੀਂ ਹੈਗੀ। ਇਹ ਕਹਿੰਦੇ ਆ ਵੀ ਅਸੀਂ ਪ੍ਰਾਈਵੇਟਾਈਜੇਸ਼ਨ ਕਰ ਦੇਣੀ ਹੈ, ਸਾਡੀਆਂ ਨੌਕਰੀਆਂ ਨੂੰ ਨਿੱਜੀ ਪ੍ਰਾਈਵੇਟ ਕਰ ਦੇਣਾ। ਇਹ ਨਾ ਤਾਂ ਪਬਲਿਕ ਦੇ ਹਿੱਤ 'ਚ ਆ, ਨਾ ਸਾਡੇ ਹਿੱਤ 'ਚ ਆ। ਪਬਲਿਕ ਕਾਮਨ ਦੇ ਹਿੱਤ 'ਚ ਇਦਾਂ ਨਹੀਂ। ਛੋਟਾ ਪੈਨਸ਼ਨਰ ਆ ਜਿਹੜਾ 700-750 ਰੁਪਏ ਬੁਢਾਪਾ ਪੈਨਸ਼ਨ ਵੀ ਲੈਂਦਾ, ਉਹ ਵੀ ਅਸੀਂ ਡੀਲ ਕਰਦੇ ਹਾਂ। ਆਧਾਰ ਕਾਰਡ ਬਣਾਉਂਦੇ ਹਾਂ। ਸਰਕਾਰੀ ਜਿੰਨੀਆਂ ਵੀ ਸੋਸ਼ਲ ਸਕੀਮਾਂ ਉਹ ਬੈਂਕ ਕਰਦਾ, ਬੈਂਕ ਨੇ ਦੇ ਨੂੰ ਹੀ ਦਿੱਤੀਆਂ ਹੋਈਆਂ। ਇੱਕ ਬੰਦੇ ਕੋਲ ਇੱਥੇ ਜਿੰਨੇ ਵੀ ਅਸੀਂ EMPLOYE ਖੜੇ ਆ, ਇੱਕ ਬੰਦੇ ਕੋਲ 10-10 15-15 ਕੰਮ ਹੈ। ਇੱਕ ਬੰਦਾ ਇੰਨੇ ਕੰਮ ਕਰਦਾ, ਸਟ੍ਰੈਸਫੁਲ। ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡੀ ਆਵਾਜ਼ ਸਰਕਾਰ ਤੱਕ ਪਹੁੰਚ ਰਹੀ ਹੈ, ਸਰਕਾਰ ਤੁਹਾਡੀ ਗੱਲ ਸੁਣ ਰਹੀ ਹੈ? ਬਿਲਕੁਲ। ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਮੀਡੀਆ ਦਾ, ਜਿਨ੍ਹਾਂ ਦੇ ਥਰੂ ਸਾਡੀ ਆਵਾਜ਼ ਸਰਕਾਰ ਤੱਕ ਜ਼ਰੂਰ ਜਾਊਗੀ। ਬਾਕੀ ਜਿਹੜਾ ਸਰਕਾਰ ਤੱਕ ਆਵਾਜ਼ ਜਾਊਗੀ, ਜਿਹੜਾ ਲਾਸ ਹੈ ਨਾ ਫਾਈਨੈਂਸ਼ਲੀ, ਉਹ ਪਹੁੰਚਾਊਗਾ। ਇਹਨਾਂ ਦਾ ਮਤਲਬ ਇਹ ਨਹੀਂ ਹੈਗਾ ਕਿ ਜੋ ਡਿਸੀਜਨ ਲੈ ਲਿਆ। ਜੇ ਲਾਸ ਹੋਇਆ ਇਹਦੇ 'ਚ ਟੈਕਸ ਪੇਅਰ ਦਾ ਹੀ ਲਾਸ ਹੈ, ਸਾਡਾ ਹੀ ਲਾਸ ਹੈ। ਸਾਨੂੰ ਸਟ੍ਰਾਈਕ ਦੀ ਸੈਲਰੀ ਨਹੀਂ ਮਿਲਦੀ, ਅਸੀਂ ਬਿਨਾਂ ਸੈਲਰੀ ਤੋਂ ਸਟ੍ਰਾਈਕਾਂ ਕਰਦੇ ਹਾਂ। ਬਾਕੀ ਡਿਪਾਰਟਮੈਂਟ 'ਚ ਇਹੋ ਜਿਹਾ ਰੂਲ ਨਹੀਂ ਹੈ। ਫਿਰ ਵੀ ਅਸੀਂ ਪ੍ਰੋਟੈਸਟ ਕਰ ਰਹੇ ਹਾਂ, ਸੈਲਰੀਆਂ ਆਪਣੀਆਂ ਕਟਾ ਕੇ ਪ੍ਰੋਟੈਸਟ ਕਰ ਰਹੇ ਹਾਂ, ਹੜਤਾਲ ਕਰ ਰਹੇ ਹਾਂ। ਕਿੰਨੀ ਵੱਡੀ ਮਜਬੂਰੀ ਹੈ ਸਾਡੀ। ਤੁਹਾਡੇ ਯੂਨੀਅਨ ਵੱਲੋਂ ਕੋਈ ਲਿਖਿਤ ਮੈਮੋਰੈਂਡਮ ਗਿਆ ਸਰਕਾਰ ਨੂੰ ਤੁਹਾਡੀ ਡਿਮਾਂਡਾਂ ਤੇ ਗੌਰ ਕਰਨ ਲਈ? ਬਿਲਕੁਲ ਜੀ। ਰਿਟਨ ਮੈਮੋਰੈਂਡਮ ਪਹਿਲਾਂ ਹੁੰਦਾ, ਗਵਰਨਮੈਂਟ ਜੇ ਉਹਨੂੰ ਫੋਲੋ ਕਰਦੀ ਹੈ ਠੀਕ ਹੈ, ਉਸ ਤੋਂ ਬਾਅਦ ਹੀ ਅਸੀਂ ਹੜਤਾਲਾਂ ਵੱਲ ਫੋਲੋ ਕਰਦੇ ਹਾਂ। ਗਵਰਨਮੈਂਟ ਨੇ ਸਾਡੇ ਹਾਲੇ ਤੱਕ ਮੈਮੋਰੈਂਡਮ ਦਾ ਕੋਈ ਜਵਾਬ ਨਹੀਂ ਦਿੱਤਾ। ਅਸੀਂ ਇਹ ਹੜਤਾਲ ਬੁਲਾਈ ਹੈ, ਅੱਗੋਂ ਵੀ ਹੋਰ ਹੜਤਾਲਾਂ ਬੁਲਾਵਾਂਗੇ ਕਿ ਗਵਰਨਮੈਂਟ ਇਹ ਸਰਕਾਰ ਦਾ ਅਸੀਂ ਰਵੱਈਆ ਦੇਖ ਰਹੇ ਹਾਂ। ਤੁਹਾਡੇ ਮੈਮੋਰੈਂਡਮ ਦਾ ਵੀ ਜਵਾਬ ਦਿੱਤਾ। ਕਿਸਾਨ ਵੀ ਉੱਥੇ ਦਿੱਲੀ ਦੀ ਗੁਰੂਆਂ ਦੇ ਪਿੱਛੇ 110 ਦਿਨਾਂ ਤੋਂ ਬੈਠੇ ਆ, ਉਹਨਾਂ ਨਾਲ ਵੀ ਸਰਕਾਰ ਨਹੀਂ ਗੱਲ ਕਰ ਰਹੀ। ਇਹ ਸਰਕਾਰ ਦਾ ਇਹੋ ਜਿਹਾ ਰਵੱਈਆ ਕਿਸ ਲਈ ਹੈ, ਤੁਹਾਨੂੰ ਕੀ ਲੱਗਦਾ ਹੈ? ਸਰਕਾਰ ਮੈਜੋਰਟੀ ਗਵਰਨਮੈਂਟ ਹੈ, ਉਹਨੂੰ ਲੱਗਦਾ ਵੀ ਅਸੀਂ ਮੈਜੋਰਟੀ ਹੈ, ਅਸੀਂ ਲੋਕਾਂ ਨੂੰ ਲੱਗਦਾ। ਪਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ, ਜੇ ਉਹਨਾਂ ਨੂੰ ਕਿਸਾਨਾਂ ਦੇ ਉੱਤੇ ਬਹਿਣ ਨਾਲ ਕੋਈ ਫਾਈਨੈਂਸ਼ੀਅਲੀ ਲਾਸ ਨਹੀਂ ਹੋ ਰਿਹਾ, ਉਹਨਾਂ ਨੂੰ ਲੱਗਦਾ ਬੈਠੇ ਰਹਿਣ, ਉਹਨੂੰ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ। ਪਰ ਜੇ ਅਸੀਂ ਸੜਕਾਂ ਤੇ ਆ ਗਏ ਨਾ, ਤੇ ਸਰਕਾਰ ਨੂੰ ਫਾਈਨੈਂਸ਼ੀਅਲੀ ਬਹੁਤ ਲਾਸ ਹੋਣਾ। ਇਹ ਚੀਜ਼ ਨੂੰ ਉਹਨਾਂ ਨੂੰ ਸਮਝਣੀ ਚਾਹੀਦੀ ਆ। ਮੈਂ ਤਾਂ ਹੈਰਾਨ ਆ, ਮਤਲਬ ਮੈਂ ਤਾਂ ਬਹੁਤ ਛੋਟਾ ਮੁਲਾਜ਼ਮ ਆ। ਜਿਹੜੇ ਆਪਣਾ ਫਾਈਨੈਂਸ ਮਿਨਿਸਟਰ ਆ, ਉਹਨਾਂ ਦੇ ਕਿੰਨੇ ਸਿਆਣੇ ਅੱਗੋਂ ਇਹਨਾਂ ਨੇ ਰੱਖੇ ਹੁੰਦੇ ਆ ਬੰਦੇ, ਆਹ ਐਡਵਾਈਸ ਕਰ ਰਹੇ ਆ ਪ੍ਰਾਈਵੇਟਾਈਜੇਸ਼ਨ ਕਰ ਦਿਓ, ਵੇਚ ਦਿਓ। ਮਤਲਬ ਸਰਕਾਰ ਤੇ ਜਦੋਂ ਵੀ ਮੁਸੀਬਤ ਆਈ ਹੈ, ਪਬਲਿਕ ਸੈਕਟਰ ਜਿਹੜਾ ਵੀ ਹੈਗਾ, ਜਿੰਨਾ ਵੀ ਪਬਲਿਕ ਸੈਕਟਰ ਹੈ, ਉਹਨੇ ਹੀ ਹਮੇਸ਼ਾ ਸਰਕਾਰ ਨੂੰ ਬਚਾਇਆ। ਇਸ ਵਾਰੀ ਸਾਡਾ, ਮੈਂ ਸਟੇਟ ਬੈਂਕ ਆਫ ਇੰਡੀਆ ਨੂੰ ਰਿਪਰੈਜ਼ੈਂਟ ਕਰਦਾ। ਸਟੇਟ ਬੈਂਕ ਆਫ ਇੰਡੀਆ ਦਾ ਕੁਆਟਰ ਦਾ ਜਿਹੜਾ ਪ੍ਰੋਫਿਟ ਹੈ ਉਹ 5200 ਕਰੋੜ ਰੁਪਏ ਆਇਆ। ਤੁਸੀਂ ਇਹ ਮੰਨੋ, ਇਹ ਜਿਹੜਾ ਪ੍ਰੋਫਿਟ ਹੈ ਸਰਕਾਰ ਨੂੰ ਹੀ ਝੋਲੀ 'ਚ ਜਾਣਾ ਨਾ, ਸਰਕਾਰ ਨੂੰ ਉਹ ਨਹੀਂ ਦਿਖਦਾ ਪਿਆ। ਜੇ ਅਸੀਂ ਇਤਿਹਾਸ ਦੇ ਝਰੋਕੇ 'ਚ ਜਾਈਏ ਤਾਂ ਪਿਛਲੇ 50 ਸਾਲ ਤੋਂ ਇਹ ਬੈਂਕ ਪਬਲਿਕ ਸੈਕਟਰ ਆਪਰੇਟ ਕਰ ਰਿਹਾ। ਪਹਿਲੇ ਕਿਸੇ ਜ਼ਮਾਨੇ 'ਚ ਪ੍ਰਾਈਵੇਟਾਈਜ਼ ਹੁੰਦੇ ਸੀ। ਇੰਦਰਾ ਗਾਂਧੀ ਨੇ ਇੱਕ ਡਰਾਈਵ ਚਲਾਈ ਸੀ, ਮਤਲਬ ਹਿੰਦੁਸਤਾਨ ਦੇ ਨਾਗਰਿਕਾਂ ਦੇ ਹਿੱਤ ਦੇ ਵਿੱਚ, ਕਿ ਇਹਨਾਂ ਨੂੰ ਪਬਲਿਕ ਸੈਕਟਰ ਬੈਂਕ ਬਣਾ ਦਿੱਤਾ ਜਾਣ। ਕੀ ਤੁਹਾਡਾ ਐਕਸਪੀਰੀਅੰਸ ਕਹਿੰਦਾ ਕਿ ਪਿਛਲੇ 50 ਸਾਲ ਦੇ ਵਿੱਚ ਬੈਂਕਸ ਨੂੰ ਪਬਲਿਕ ਸੈਕਟਰ ਬੈਂਕ ਬਣਾਉਣ ਨਾਲ ਕੀ ਜਨਤਾ ਨੂੰ, ਦੇਸ਼ ਦੀ ਜਨਤਾ ਨੂੰ ਕੋਈ ਫਾਇਦਾ ਹੋਇਆ ਹੈ, ਜਿਹੜਾ ਨਾ ਹੁੰਦਾ ਅਗਰ ਉਹ ਪ੍ਰਾਈਵੇਟ ਰਹਿੰਦੇ ਤਾਂ? ਬਿਲਕੁਲ। ਮੈਂ ਵੈਸੇ ਤਾਂ ਬਹੁਤ ਛੋਟਾ, ਬੜੀ ਥੋੜੀ ਸਰਵਿਸ ਹੈ ਮੇਰੀ ਉਮਰ 'ਚ ਵੀ ਮੈਂ ਛੋਟਾ। ਤੁਸੀਂ ਬੜੀ ਪੁਰਾਣੀ ਗੱਲ ਕਰਦੇ ਹੋ, ਪਰ ਫਿਰ ਵੀ ਮੈਂ ਤੁਹਾਨੂੰ ਜਵਾਬ ਦੇਣਾ। ਪਬਲਿਕ ਸੈਕਟਰ ਦਾ ਮਤਲਬ ਇਹ ਹੈ ਆਮ ਪਬਲਿਕ ਲਈ ਸੈਕਟਰ ਬਣਾਏ। ਜੇ ਗਵਰਨਮੈਂਟ ਨੇ ਜੇ ਕੁਝ ਸੋਚ ਕੇ ਹੀ ਬਣਾਇਆ ਹੋਣਾ ਨਾ, ਉਸ ਟਾਈਮ ਇੰਦਰਾ ਗਾਂਧੀ ਦੇ ਤੁਸੀਂ ਨਾਮ ਲਿਆ, ਬੜੇ ਸੋਹਣੇ ਉਹਨਾਂ ਨੇ ਆਪਦਾ ਟਾਈਮ ਪੀਰੀਅਡ ਕੱਢਿਆ ਹੈ ਨਾ। ਜੇ ਉਹਨਾਂ ਨੇ ਪਬਲਿਕ ਸੈਕਟਰ ਸੋਚ ਕੇ ਕੁਝ ਬਣਾਇਆ, ਪਬਲਿਕ ਦੀ ਸੇਵਾ ਲਈ ਬਣਾਇਆ, ਸੋਸ਼ਲ ਸੇਵਾ ਲਈ ਬਣਾਇਆ ਹੈਗਾ। ਇਹ ਕੀ ਕਰ ਰਹੇ ਆ, ਇਹ ਉਸੇ ਪਬਲਿਕ ਸੈਕਟਰ ਨੂੰ ਕੱਟ ਰਹੇ ਆ। ਪਬਲਿਕ ਸੈਕਟਰ ਨਹੀਂ ਰਹਿਣ ਦੇਣਾ ਇਹਨਾਂ ਨੇ ਸਿਰਫ ਆਪਦੇ ਜਿਹੜੇ ਕਾਰਪੋਰੇਟ ਵੱਡੇ ਹੈਗੇ ਆ, ਉਹਨਾਂ ਨੂੰ ਲੋਨ ਦੇਣੇ ਆ। ਤੁਸੀਂ ਜਾਣਦੇ ਹੋ ਜਿਹੜੇ ਭੱਜੇ ਹੋਏ ਆ ਵੱਡੇ ਕਾਰਪੋਰੇਟ NPA ਖਾਤੇ ਹੋਏ ਆ, ਉਹਨਾਂ ਦਾ ਕੋਈ ਧਿਆਨ ਨਹੀਂ ਆ। ਬੈਂਕਾਂ ਨੂੰ ਨਿੱਜੀਕਰਨ ਕਰੋ, ਪ੍ਰਾਈਵੇਟ ਕਰੋ, ਬਸ ਉੱਥੋਂ ਪੈਸਾ ਲਓ, IPO ਬਣਾਓ, ਸ਼ੇਅਰ, ਲੋਕਾਂ ਦਾ ਪੈਸਾ ਲਿਆਓ, ਆਪਣੀਆਂ ਜੇਬਾਂ ਭਰੋ, ਤੇ ਫਿਰ ਉਹਨਾਂ ਨੂੰ ਦੁਬਾਰਾ ਫਾਈਨੈਂਸ ਦਿਓ। ਤੁਹਾਡਾ ਕਹਿਣਾ ਹੈ ਕਿ ਰਿਫਾਰਮ ਜ਼ਰੂਰੀ ਹੈ, ਬਟ ਰਿਫਾਰਮ ਇਸ ਤਰੀਕੇ ਨਾਲ ਹੋਣੇ ਚਾਹੀਦੇ ਕਿ ਪ੍ਰਾਈਵੇਟ ਸੈਕਟਰ ਦੀ ਵੀ ਮੌਜੂਦਗੀ ਰਹੇ ਔਰ ਪਬਲਿਕ ਸੈਕਟਰ ਦੀ ਵੀ ਮੌਜੂਦਗੀ ਰਹੇ। ਔਰ ਪਬਲਿਕ ਸੈਕਟਰ ਨੂੰ ਮਜ਼ਬੂਤ ਕਰਨ ਲਈ ਪਬਲਿਕ ਸੈਕਟਰ ਨੂੰ ਪਬਲਿਕ ਸੈਕਟਰ ਦੇ ਰੂਪ 'ਚ ਰਹਿੰਦੇ ਹੋਏ ਉਹਦੇ 'ਚ ਰਿਫਾਰਮਸ ਕਰਨੇ ਚਾਹੀਦੀਆਂ ਤਾਂ ਕਿ NPAs ਘੱਟ ਸਕਣ। ਜਿਹੜੇ ਬਲਕ NPAs ਹੋ ਰਹੇ, ਕਾਰਪੋਰੇਟ NPAs ਹੋ ਰਹੇ ਆ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਛੋਟੇ NPAs ਬਹੁਤ ਘੱਟ ਹੁੰਦੇ ਹਨ। ਵੀ ਹਾਂ ਵੀ ਕਿਸੇ ਕਿਸਾਨ ਨੇ ਤੁਹਾਡਾ ਮਾਰਿਆ ਹੋਵੇ ਜਾਂ ਛੋਟੇ ਦੁਕਾਨਦਾਰ ਨੇ ਮਾਰਿਆ ਹੋਵੇ ਪੈਸਾ, ਇੱਦਾਂ ਦਾ ਬਹੁਤ ਘੱਟ ਦੇਖਣ ਨੂੰ ਮਿਲਦਾ ਆ। ਔਰ ਆਪਾਂ ਕਿਤਾਬਾਂ ਵੀ ਅਗਰ ਗਵਰਨਮੈਂਟ ਦੀ ਸਟੱਡੀ ਕਰੀਏ
ਕਿ ਜਿਹੜੇ ਪਰਚੂਨ ਦੇ ਐਨਪੀਐਸ ਹੈ ਉਹ ਨਾਮਾਤਰ ਹੁੰਦੇ ਨੇ, ਜਦਕਿ 99% ਬਲਕ ਐਨਪੀਐਸ ਹੁੰਦੇ ਜਿਹੜੇ ਕਾਰਪੋਰੇਟ ਦੇ ਹੁੰਦੇ ਹਨ। ਸੋ ਜਿਹੜੀ ਰਿਫਾਰਮ ਦੀ ਜ਼ਰੂਰਤ ਹੈ ਉਹ ਬਲਕ ਐਨਪੀਐਸ ਨੂੰ, ਕਾਰਪੋਰੇਟ ਐਨਪੀਐਸ ਨੂੰ ਕੰਟਰੋਲ ਕਰਨ ਦੀ ਹੈ, ਨਾ ਕਿ ਇੱਕ ਚੋਰ ਰਸਤੇ ਤੋਂ ਭੱਜਣ ਦੀ ਕਿ ਜਿਹੜਾ ਛੋਟਾ ਮੋਟਾ ਜਿਹੜਾ ਥੋੜਾ ਜਿਹਾ ਪਬਲਿਕ ਸੈਕਟਰ ਬਚ ਗਿਆ ਉਹਨੂੰ ਵੀ ਪ੍ਰਾਈਵੇਟਾਈਜ਼ ਕਰ ਦਿੱਤਾ ਜਾਵੇ। ਹੁਣ ਤੁਸੀਂ ਦੱਸ ਰਹੇ ਹੋ ਜਿਹੜਾ ਬੰਦਾ ਲੋਨ ਲੈ ਕੇ ਭੱਜ ਗਿਆ, ਐਨਪੀਏ ਹੋ ਗਿਆ, 9-9 ਹਜ਼ਾਰ ਕਰੋੜ ਰੁਪਈਆ ਲੈ ਕੇ ਭੱਜ ਗਿਆ ਜੀ, ਹਜ਼ਾਰਾਂ ਕਰੋੜ ਰੁਪਏ ਲੈ ਕੇ ਭੱਜ ਗਏ। ਹੁਣ ਉਹੀ ਬੰਦੇ ਉਹੀ ਬੈਂਕ ਨੂੰ ਖਰੀਦ ਰਹੇ ਆ। ਭੱਜਣ ਤੋਂ ਇਲਾਵਾ ਸਰਕਾਰ ਨੇ ਖੁਦ ਹੀ ਰਾਈਟ ਆਫਸ ਕਰ ਦਿੱਤੇ ਆ। ਰਾਈਟ ਆਫ ਕਿੰਨੇ ਅਕਾਊਂਟ ਕਰ ਰਹੀ ਹੈ ਸਰਕਾਰ, ਮਤਲਬ ਉਹ ਚੀਜ਼ਾਂ ਤੇ ਕੰਟਰੋਲ ਨਹੀਂ ਕਰ ਰਹੀ। ਉਹ ਕਿਉਂਕਿ ਵੋਟ ਹੈ ਆਪਦਾ, ਛੋਟੇ ਚਲੋ ਵੋਟ ਜਿਹੜੇ ਰਾਈਟ ਆਫ ਕਰਦੇ ਐਡੇ ਵੱਡੇ ਰਾਈਟ ਆਫ ਕਰੀ ਜਾਂਦੇ ਆ ਇਹ ਬੈਠੇ। ਉਸ ਚੀਜ਼ ਤੇ ਕੰਟਰੋਲ ਕਰਨ ਦੀ ਲੋੜ ਹੈ, ਨਾ ਕਿ ਪ੍ਰਾਈਵੇਟਾਈਜੇਸ਼ਨ ਨਾਲ ਤੁਹਾਡਾ ਹੱਲ ਹੋਣਾ ਮਸਲਾ। ਸਰਕਾਰ ਤੱਕ ਸਾਡੀ ਆਵਾਜ਼ ਮਤਲਬ ਸਰਕਾਰ ਨੂੰ ਜਿੱਥੋਂ ਕਾਰਪੋਰੇਟ ਬੌਂਡ ਮਿਲਦੇ ਆ ਆਪਣੀਆਂ ਪਾਰਟੀਆਂ ਚਲਾਉਣ ਲਈ ਉੱਥੇ ਕੰਟਰੋਲ ਕਰਨ ਦੀ ਜ਼ਰੂਰਤ ਹੈ। ਔਰ ਬਈ ਜਿਹੜੀ ਆਮ ਪਬਲਿਕ ਦੇ ਹਿੱਸੇ ਦੇ ਵਿੱਚ ਜਿਹੜੇ ਪਬਲਿਕ ਸੈਕਟਰ ਬੈਂਕ ਬਣੇ ਉਹਨਾਂ ਕੇ ਨਾ ਤੁਸੀਂ ਸਕੰਜਾ ਖਿੱਚੋ। ਤੁਹਾਡੀ ਕੀ ਰਾਏ ਹੈ ਸਰ? ਬਿਲਕੁਲ ਠੀਕ ਗੱਲ ਹੈ ਤੁਹਾਡੀ ਕਿ ਗਵਰਨਮੈਂਟ ਨੂੰ ਉਹਨਾਂ ਦੇ ਸਕੰਜਾ ਖਿੱਚਣਾ ਜਿਹੜੀ ਜਿਹੜੇ ਕਾਰਪੋਰੇਟ ਲੋਨ ਹੈਗੇ ਬਜਾਏ ਕਿ ਆਪਾਂ ਜਿਹੜੇ ਆਮ ਪਬਲਿਕ ਉਹਨੂੰ ਪਰੇਸ਼ਾਨ ਕੀਤਾ ਜਾਵੇ ਹੈ ਨਾ, ਤੇ ਬੈਂਕਰਸ ਨੂੰ ਪਰੇਸ਼ਾਨ ਕੀਤਾ ਜਾਵੇ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ, ਕਾਰਪੋਰੇਟ ਦੇ ਸਕੰਜਾ ਪ੍ਰੋਟੈਸਟ ਕਰਨਾ ਕਿਸੇ ਨੂੰ ਵਧੀਆ ਨਹੀਂ ਲੱਗਦਾ ਹੁੰਦਾ ਜੀ, ਅੱਗੇ ਸੜਕਾਂ ਤੇ ਖੜਨਾ ਸਾਨੂੰ ਬਿਲਕੁਲ ਨਹੀਂ ਵਧੀਆ ਲੱਗਦਾ। ਅਸੀਂ ਦੇਖ ਰਹੇ ਹਾਂ ਕਿ ਤੁਸੀਂ ਜਿਹੜੇ ਮੇਲ EMPLOYEES ਤਾਂ ਹੈਗੇ ਹੀ ਹੋ, ਕਾਫੀ ਲੇਡੀਜ਼ EMPLOYEES ਵੀ ਇੱਥੇ ਨਾਲ ਸ਼ਾਮਿਲ ਹੈ। ਅਸੀਂ ਜਾਣਨਾ ਚਾਹਾਂਗੇ ਕਿ ਲੇਡੀਜ਼ ਦੀ ਆਵਾਜ਼ ਵੀ ਬੜੀ ਪ੍ਰਮੁੱਖ ਹੁੰਦੀ ਹੈ, ਲੇਡੀਜ਼ ਨੂੰ ਵੀ ਅੱਗੇ ਆ ਕੇ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ ਔਰ ਉਠਾ ਵੀ ਰਹੀ ਹੈ, ਤੁਸੀਂ ਇੱਥੇ ਖੜੇ ਵੀ ਹੋ। ਬਟ ਹੁਣ ਮਾਈਕ ਦੇ ਸਾਹਮਣੇ ਵੀ ਤੁਹਾਨੂੰ ਆਪਣੀ ਪ੍ਰੈਜੈਂਟੇਸ਼ਨ ਦੇਣੀ ਚਾਹੀਦੀ ਹੈ। ਤੁਹਾਡੇ ਜੋ ਕੌਣ ਆ ਕੇ ਪ੍ਰੈਜ਼ੈਂਟ ਕਰੇਗਾ ਤੁਹਾਨੂੰ? ਮੈਡਮ ਕੋਲ। ਹਾਂਜੀ ਮੈਮ। ਸਰ ਅਸੀਂ ਨਿਊ ਆਫਿਸਰ ਜਿਨ੍ਹਾਂ ਨੂੰ ਹਲੇ 5-6 ਸਾਲ ਹੋਇਆ ਬੈਂਕ ਜੁਆਇਨ ਕੀਤੇ ਨੂੰ, ਇਹ ਸਾਡੇ ਲਈ ਬਹੁਤ ਅੱਛੀ ਗੱਲ ਨਹੀਂ ਹੈਗੀ ਕਿ ਸਾਨੂੰ ਪ੍ਰਾਈਵੇਟਾਈਜ਼ ਕਰਨ ਲਈ ਇੱਕ ਸਾਨੂੰ ਇੱਕ ਆਪਸ਼ਨ ਚੁਣਿਆ ਗਿਆ ਹੈਗਾ। ਬੈਂਕਰਸ ਜਿਹੜੇ ਹੈਗੇ ਆ, ਸਪੈਸ਼ਲੀ ਆਪਣੇ ਸਰਕਾਰੀ ਬੈਂਕ ਹੈਗੇ ਆ, ਅਸੀਂ ਵੈਲਫੇਅਰ ਲਈ ਹੈਗੇ ਆ। ਜਿਵੇਂ ਸਰ ਨੇ ਦੱਸਿਆ ਛੋਟੀਆਂ ਸਕੀਮ ਸਿਰਫ ਸਾਡੀ ਪਬਲਿਕ ਸੈਕਟਰ ਬੈਂਕ ਨੂੰ ਡਿਪਲੋਏ ਕਰਦੀ ਹੈ, ਨਾ ਕਿ ਪ੍ਰਾਈਵੇਟ ਸੈਕਟਰ ਬੈਂਕ। ਐਕਚੁਅਲ ਤੁਸੀਂ ਫਿਗਰਸ ਦੇਖੋਗੇ ਤੇ ਵਾਕਈ ਤੁਹਾਨੂੰ ਦੇਖਣ ਨੂੰ ਮਿਲੂਗਾ ਕਿ ਕੋਈ ਵੀ ਸੋਸ਼ਲ ਸਿਕਿਉਰਿਟੀ ਸਕੀਮ ਹੈਗੀ ਆ ਉਹ ਸਿਰਫ ਪਬਲਿਕ ਸੈਕਟਰ ਬੈਂਕ ਨੂੰ ਕਰਦੀ ਹੈ, ਨਾ ਕਿ ਉਹਨੂੰ ਪ੍ਰਾਈਵੇਟ ਸੈਕਟਰ ਬੈਂਕ ਨੂੰ ਕਰਦੀ ਹੈ। ਦੂਸਰੀ ਗੱਲ ਜਿਹੜੀ ਹੈਗੀ, ਜਿਹੜੀ ਨਿਊ ਜਨਰੇਸ਼ਨ ਹੈਗੀ ਜਿਨ੍ਹਾਂ ਨੇ ਹੁਣ IBPS ਦਿੱਤਾ ਹੈਗਾ ਆ, ਉਹਨਾਂ ਦਾ ਤੁਸੀਂ ਇਹ ਸੋਚੋ ਕਿ ਜਦੋਂ ਫਸਟ ਏਪਰਲ ਉਹਨਾਂ ਦੇ ਰਿਜ਼ਲਟਸ ਆਉਂਦੇ ਆ ਐਂਡ ਦੇ ਗੈਟ ਟੂ ਨੋ ਕਿ ਉਹਨਾਂ ਦੀ ਬ੍ਰਾਂਚ ਪ੍ਰਾਈਵੇਟ ਹੋ ਰਹੀ ਆ, ਕਿੱਥੇ ਜਾਏਗੀ ਉਹਨਾਂ ਦੀ, ਕਿੱਥੇ ਜਾ ਰਿਹਾ ਸਾਡਾ ਦੇਸ਼। ਵੀ ਹੈਵ ਨੋ ਫਿਊਚਰ ਅਗਰ ਸਾਡੀ ਪਬਲਿਕ ਸੈਕਟਰ ਬੈਂਕਸ ਨਹੀਂ ਹੈ। ਇਹਨਾਂ ਨੂੰ ਸੇਵ ਕਰਨਾ ਸਾਡੀ ਰਿਸਪੌਂਸਿਬਿਲਿਟੀ ਆ ਔਰ ਪਬਲਿਕ ਨੂੰ ਇਸ ਚੀਜ਼ ਦੀ ਜਾਗਰੂਕਤਾ ਕਰਨੀ ਇਹ ਵੀ ਸਾਡੀ ਰਿਸਪੌਂਸਿਬਿਲਿਟੀ। ਤੁਹਾਡਾ ਕਹਿਣਾ ਹੈ ਕਿ ਇਹਦੇ ਨਾਲ ਪਬਲਿਕ ਨੂੰ ਨੁਕਸਾਨ ਹੋਏਗਾ ਅਗਰ ਬੈਂਕਸ ਨੂੰ ਪ੍ਰਾਈਵੇਟਾਈਜ਼ ਕਰ ਦਿੱਤਾ ਜਾਵੇ। ਅਗਰ ਇਹ ਪਬਲਿਕ ਸੈਕਟਰ ਦੇ ਬੈਂਕਸ ਰਹਿਣਗੇ ਤੇ ਇਹਦੀ ਪਹੁੰਚ ਪਿੰਡਾਂ ਤੱਕ ਵੀ ਰਹੇਗੀ, ਛੋਟੇ ਕਸਬਿਆਂ ਤੱਕ ਵੀ ਰਹੇਗੀ, ਉੱਥੇ ਤੱਕ ਵੀ ਪਹੁੰਚ ਰਹੇਗੀ ਜਿੱਥੇ ਬੈਂਕਸ ਦੇ ਪਹੁੰਚੇ ਨਾ ਭਾਵੇਂ ਪ੍ਰੋਫਿਟੇਬਿਲਿਟੀ ਘੱਟ ਹੋਵੇ ਬਟ ਜਨਤਾ ਦਾ ਭਲਾ ਹੋਵੇ। ਦੇਖੋ ਸਰ, ਪਬਲਿਕ ਸੈਕਟਰ ਬੈਂਕ ਕਦੀ ਪ੍ਰੋਫਿਟ ਮੇਕਿੰਗ ਕੰਸਰਨਸ ਹੈ ਹੀ ਨਹੀਂ ਸੀਗੀਆਂ। ਤੁਸੀਂ ਦੇਖੋਗੇ ਸਾਡੀ ਆਜ਼ਾਦੀ ਜਿਹੜੀ ਸਕੀਮਸ ਹੈਗੀਆਂ ਕੌਣ ਖੋਲਦਾ 100 ਰੁਪਏ ਤੇ 500 ਰੁਪਏ ਨਾਲ ਖਾਤਾ। ਤੁਸੀਂ ਦੇਖੋ ਕੋਈ ਵੀ ਪ੍ਰਾਈਵੇਟ ਸੈਕਟਰ ਬੈਂਕ ਆ ਉਹਨਾਂ ਦੀ ਮਿਨੀਮਮ ਬੈਲੈਂਸ ਜਿਹੜਾ ਹੈਗਾ ਉਹ ਵੀ 25,000 ਤੋਂ ਤਾਂ ਸ਼ੁਰੂ ਹੁੰਦਾ ਹੈ। ਕਰੰਟ ਅਕਾਊਂਟ ਖੋਲ੍ਹਣਾ 1 ਲੱਖ ਦਾ ਬੈਲੈਂਸ ਚਾਹੀਦਾ ਉਹਨਾਂ ਨੂੰ, ਸਟੇਟਮੈਂਟ ਲੈਣੀ ਹੈ ਤਾਂ ਉਹਨਾਂ ਦੇ ਚਾਰਜਸ ਆ। ਸਾਡੀਆਂ ਬੈਂਕਾਂ ਦੇ ਵਿੱਚ ਸਿਸਟਮ ਨਹੀਂ ਹੈਗਾ। ਪੈਨਸ਼ਨ ਮਿਲਦੀ ਆ, ਸਕਾਲਰਸ਼ਿਪ ਮਿਲਦੀ ਆ ਬੱਚਿਆਂ ਨੂੰ, ਸਬਸਿਡੀ ਮਿਲਦੀ ਆ, ਆਧਾਰ ਕਾਰਡ ਬਣਦੇ ਆ। ਕਿਹੜਾ ਪ੍ਰਾਈਵੇਟ ਸੈਕਟਰ ਬੈਂਕ ਦਾ ਕੰਮ ਕਰਦਾ ਹੈ? ਸਾਡੀਆਂ ਬੈਂਕਸ ਜਿਹੜੀਆਂ ਹੈਗੀਆਂ ਆ ਪਬਲਿਕ ਸੈਕਟਰ ਬੈਂਕ, ਇਟ ਇਜ਼ ਓਨਲੀ ਮੈਂਟ ਫॉर द ਵੈਲਫੇਅਰ ਆਫ ਦ ਸੋਸਾਇਟੀ। ਵੀ ਡੂ ਨਾਟ ਹੈਵ ਐਨੀਥਿੰਗ ਟੂ ਡੂ ਵਿਦ ਦ ਪ੍ਰੋਫਿਟ। ਬਿਲਕੁਲ ਵੀ ਨਹੀਂ। ਜਿਨ੍ਹਾਂ ਲੋਕਾਂ ਨੂੰ ਇਹ ਲੱਗਦਾ ਕਿ ਅਸੀਂ ਏਸੀ ਥੱਲੇ ਬੈਠਦੇ ਆ, ਬੜੀ ਐਸ਼ਾਰਾਮ ਦੀ ਨੌਕਰੀ ਕਰਦੇ ਆ, ਇਹ ਤਾਂ ਬਿਲਕੁਲ ਨਹੀਂ ਹੈਗਾ। ਅਸੀਂ ਆਪਣੇ ਰਾਈਟ ਲਈ ਕਸ਼ਟ ਹਾਂ। ਦੇਖੋ ਸਰ, ਅਸੀਂ ਕਸਟੋਡੀਅਨ ਹੈਗੇ ਆ ਇੰਡੀਆ ਦੇ ਪਬਲਿਕ ਫੰਡ ਤੇ ਅਸੀਂ ਕਸਟੋਡੀਅਨ ਹੈਗੇ ਆ। ਨੈਸ਼ਨਲ ਸੈਟ ਨੂੰ ਬਚਾਉਣਾ ਸਾਡੇ ਲਈ ਰਿਸਪੌਂਸਿਬਿਲਿਟੀ ਹੈ। ਏਸੀ ਥੱਲੇ ਬੈਠ ਕੇ ਵੀ ਹਰ ਪਰਸਨ ਜਿਹੜਾ ਬੈਂਕ ਦੇ ਉੱਤੇ ਲੱਗਾ ਹੋਇਆ ਉਹਦੇ ਕੋਲ ਜਿੰਨੀ ਰਿਸਪੌਂਸਿਬਿਲਿਟੀ ਆ ਉਹਦਾ ਅਸੀਂ ਬਿਆਨ ਨਹੀਂ ਕਰ ਸਕਦੇ। ਇੰਨਾ ਸਟਾਫ ਸ਼ਾਰਟੇਜ ਹੈਗਾ ਆ। ਸਟਾਫ ਸ਼ਾਰਟੇਜ ਦੇ ਨਾਲ ਕੰਮ ਵੀ ਕਿੰਨਾ ਜ਼ਿਆਦਾ ਵਧਿਆ ਹੋਇਆ। ਫਿਰ ਵੀ ਸਾਰੀ ਡੀਮੋਨੇਟਾਈਜੇਸ਼ਨ ਤੁਸੀਂ ਦੇਖੋ ਕਿਹੜੇ ਪ੍ਰਾਈਵੇਟ ਸੈਕਟਰ ਬੈਂਕ ਨੇ ਇਹ ਕੰਮ ਕੀਤਾ। ਤੇ ਇਹਨੂੰ ਸਭ ਤੋਂ ਸਕਸੈਸਫੁਲੀ ਲਾਂਚ ਕੀਤਾ ਪਬਲਿਕ ਸੈਕਟਰ ਬੈਂਕ ਨੇ। ਦੇਸ਼ ਦੀ ਸੇਵਾ ਕੀਤੀ ਪਬਲਿਕ ਸੈਕਟਰ ਬੈਂਕ ਨੇ। ਅਗਰ ਸਾਨੂੰ ਹੀ ਪ੍ਰਾਈਵੇਟ ਕਰ ਦਿੱਤਾ ਗਿਆ ਤਾਂ ਕੀ ਰਹਿ ਜਾਏਗਾ ਇੱਥੇ? प्राइवेट बैंक्स ऑलरेडी एग्जिस्ट कर रहे हैं। 80% 70% तक ऑलरेडी प्राइवेट है। ਜਿਹੜਾ 30% छोटे ਜਿਹੇ ਡੇਟਾ ਪ੍ਰਾਈਵੇਟ ਪਬਲਿਕ ਸੈਕਟਰ ਬੈਂਕ ਦਾ ਬਣ ਗਿਆ ਹੈ ਉਹਨੂੰ ਵੀ ਸਰਕਾਰ ਪ੍ਰਾਈਵੇਟ ਬਣਾ ਦਿੱਤੀ ਹੈ। 50% ਕਰਦੇ ਵਿਰੋਧ ਤੁਸੀਂ ਇਸ ਚੀਜ਼ ਦਾ ਕਰ ਰਹੇ ਹੋ। ਇਸ ਚੀਜ਼ ਦਾ ਵਿਰੋਧ ਕਰ ਰਹੇ ਕਿ ਸਾਨੂੰ ਪ੍ਰਾਈਵੇਟਾਈਜ਼ ਨਾ ਕੀਤਾ ਜਾਵੇ। ਅਸੀਂ ਪਬਲਿਕ ਸੈਕਟਰ ਸਾਡੀ ਐਂਟੀਟੀ ਹੈਗੀ ਆ, ਸਾਨੂੰ ਆਪਣੇ ਨੇਸ਼ਨ ਦੀ ਸੇਵਾ ਲਈ ਹੀ ਰੱਖਿਆ ਜਾਵੇ। ਠੀਕ ਹੈ ਜੀ, ਥੈਂਕ ਯੂ। ਸੋ ਇਹਨਾਂ ਦਾ ਕਹਿਣਾ ਹੈ ਕਿ ਪਬਲਿਕ ਸੈਕਟਰ ਬੈਂਕਸ ਵੀ ਐਗਜ਼ਿਸਟ ਕਰਦੇ ਰਹਿਣ ਔਰ ਪ੍ਰਾਈਵੇਟ ਸੈਕਟਰ ਵੀ ਐਗਜ਼ਿਸਟ ਕਰਦੇ ਰਹਿਣ। ਇਹਦੇ ਨਾਲ ਕੀ ਹੈ ਕਿ ਆਮ ਜਨਤਾ ਦੀ ਵੀ ਭਲਾਈ ਹੋਏਗੀ। ਜਿੱਥੇ ਤੱਕ ਪ੍ਰਾਈਵੇਟ ਬੈਂਕਾਂ ਦੀ ਨਹੀਂ ਪਹੁੰਚਾ ਉੱਥੇ ਪਬਲਿਕ ਸੈਕਟਰ ਪਹੁੰਚ ਸਕਦਾ ਹੈ ਔਰ ਆਪਣੀ ਪ੍ਰੋਫਿਟੇਬਿਲਿਟੀ ਦਾ ਧਿਆਨ ਨਾ ਰੱਖਦੇ ਹੋਏ ਜਨਤਾ ਦੀ ਭਲਾਈ ਦਾ ਧਿਆਨ ਰੱਖਦੇ ਹੋਏ ਵੀ ਕੰਮ ਕਰ ਸਕਦਾ ਹੈ।
ਸੋ ਆਓ ਦੇਖਦੇ ਆ ਕਿ ਪਿੱਛੇ ਵੀ ਹੋਰ ਵੀ ਕਾਫੀ ਇੰਪਲਾਈਜ਼ ਖੜੇ ਨੇ, ਉਹਨਾਂ ਦੇ ਵੀ ਅਸੀਂ ਵਿਊਜ਼ ਜਾਣਨਾ ਚਾਹਾਂਗੇ, ਦੇਖਣਾ ਚਾਹਾਂਗੇ ਕਿ ਕਮੀ ਆਈ ਔਰ ਆ ਦੇਖੋ ਸੇਵਾ ਵੀ ਕਰਨਾ ਚਾਹੀਦੀ ਹੈ, ਸਾਰੇ ਬੇਰੁਜ਼ਗਾਰੀ ਦਾ ਰੂਪ ਲੈ ਚੁੱਕੇ ਨੇ ਬੈਂਕ EMPLOYEES ਔਰ ਅੱਗੇ ਹੋ ਕੇ ਆਪਣੀ ਗੱਲ ਕਹਿ ਰਹੇ ਨੇ। ਤੁਸੀਂ ਬੈਕ ਬੈਂਚਰ ਦੀ ਤਰ੍ਹਾਂ ਪਿੱਛੇ ਖੜੇ ਹੋ, ਕਿ ਤੁਸੀਂ ਇਹਨਾਂ ਦੇ ਨਾਲ ਹੋ ਕਿ ਨਹੀਂ ਹੋ? ਬਿਲਕੁਲ ਜੀ ਬਿਲकुल, ਮੈਂ ਇਹਨਾਂ ਦੇ ਨਾਲ ਆ। ਮੈਂ ਇਹਨਾਂ ਨੂੰ ਅੱਗੇ ਨਾਲ ਸਾਰੇ ਅਸੀਂ ਕਰਕੇ ਆਏ ਆ ਗੁਜ਼ਾਰਾ, ਐਦਾਂ ਦੀ ਗੱਲ ਨਹੀਂ ਹੈਗੀ। ਤੁਸੀਂ ਜਿਹੜੇ ਬੈਂਕਸ ਨੂੰ ਪ੍ਰਾਈਵੇਟਾਈਜ਼ ਕੀਤਾ ਜਾ ਰਿਹਾ ਹੈ, ਇਹਦੇ ਹੱਕ 'ਚ ਹੋ ਕਿ ਖਿਲਾਫ ਹੋ? ਮੈਂ ਬਿਲਕੁਲ ਇਹਦੇ ਖਿਲਾਫ ਹਾਂ ਜੀ, ਕਿਉਂਕਿ ਪ੍ਰਾਈਵੇਟਾਈਜੇਸ਼ਨ ਜਿਹੜੀ ਆ ਠੀਕ ਆ, ਇਹ ਵੀ ਇੱਕ ਤਰੀਕਾ ਹੈ, ਪਰ ਜਿਹੜੀ ਇੰਡੀਅਨ ਇਕਨੋਮੀ ਆ ਸਾਡੀ, ਇਹ ਕੈਪੀਟਲਿਸਟਿਕ ਇਕਨੋਮੀ ਨਹੀਂ ਆ, ਇਹ ਮਿਕਸਡ ਇਕਨੋਮੀ ਆ। ਔਰ ਇੱਥੇ ਹਰ ਤਰ੍ਹਾਂ ਦਾ ਬੰਦਾ ਰਹਿ ਰਿਹਾ, ਗਰੀਬ ਤੋਂ ਗਰੀਬ ਰਹਿ ਰਿਹਾ, ਅਮੀਰ ਤੋਂ ਅਮੀਰ ਰਹਿ ਰਿਹਾ, ਠੀਕ ਹੈ। ਔਰ ਪ੍ਰਾਈਵੇਟਾਈਜੇਸ਼ਨ ਦੇ ਨਾਲ ਜਿਹੜੀਆਂ ਸਹੂਲਤਾਂ ਜੋ ਮਤਲਬ ਇੱਕ ਜੇ ਦੇਖੋ, ਜਦੋਂ ਇਹਨੂੰ ਸਰਕਾਰੀ ਬੈਂਕ ਬਣਾਏ ਗਏ ਸੀਗੇ, ਉਹਦਾ ਕੁਝ ਮੋਟਿਵ ਸੀ, ਉਹ ਕਿਤੇ ਉਹਦੇ ਦਾ ਬਿਨਾਂ ਵਜ੍ਹਾ ਤੋਂ ਤਾਂ ਬਣਾਏ ਨਹੀਂ ਗਏ। ਆਪਣਾ ਗਵਰਨਮੈਂਟ ਨੇ ਕੁਛ ਨਾ ਕੁਛ ਸੋਚਿਆ, ਠੀਕ ਹੈ ਨਾ ਜੀ, ਇਕੋਨੋਮਿਸਟ ਨੇ ਕੁਛ ਨਾ ਕੁਛ ਸੋਚਿਆ ਤੇ ਇਹ ਸਰਕਾਰੀ ਬੈਂਕ ਬਣਾਏ ਗਏ ਸੀ। ਔਰ ਉਹਨਾਂ ਸਰਕਾਰੀ ਬੈਂਕਾਂ ਦੀ ਬਦੌਲਤ ਹੀ ਅਸੀਂ 1969 ਤੋਂ ਅੱਜ ਮਤਲਬ ਦੇਖ ਲਈਏ ਕਿ ਅੱਜ ਤੱਕ ਜੋ ਵੀ ਡਿਵੈਲਪਮੈਂਟ ਇੰਡੀਆ ਦੀ ਡਿਵੈਲਪਮੈਂਟ ਨਹੀਂ ਹੋਈ। ਇਹ ਡਿਵੈਲਪਮੈਂਟ ਸਾਰਿਆਂ ਦੇ ਸਾਹਮਣੇ ਆ, ਡਿਵੈਲਪਮੈਂਟ ਹੈ ਤਾਂ ਠੀਕ ਹੈ ਨਾ। ਔਰ ਅੱਜ ਇਹ ਕਿਉਂ ਮਹਿਸੂਸ ਹੋਣ ਲੱਗ ਪਿਆ ਕਿ ਜੀ ਇਹ ਸਰਕਾਰੀ ਬੈਂਕ ਜਿਹੜੇ ਆ ਇਹ ਗਵਰਨਮੈਂਟ ਤੇ ਬੋਝ ਆ। ਅਮਰਿਤ ਪ੍ਰਾਸ਼ਰ ਆਪਨੇ ਕਿਹੜੇ ਬੈਂਕ ਤੋਂ ਤੁਸੀਂ? ਮੈਂ ਪੰਜਾਬ ਨੈਸ਼ਨਲ ਬੈਂਕ ਦੇ ਨਹਿਰੂ ਬ੍ਰਾਂਚ ਦੀ ਹਾਂਜੀ नमस्ते सर, तो अपना अपना संदेश दिओ जनता ਨੂੰ, ਸਰਕਾਰ ਨੂੰ, ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ। ਅਸੀਂ ਕਹਿਣਾ ਚਾਹਾਂਗੇ कि जो यंग जनरेशन एक तो गवर्नमेंट जो है वैकेंसी निकालती नहीं, गवर्नमेंट वैकेंसी निकालती है तो उसकी पोस्टिंग के लिए 3 साल 4 साल मतलब तैयारी करता है, उसके बाद बैंक में या कहीं किसी जगह जाके वो पोस्टिंग होती है। तो ये जो प्राइवेटाइजेशन लेके आए हैं, इससे एक तो रोजगार को बहुत बड़ा धक्का होता है। दूसरी चीज़ ये आ जाएगी कि आप ये मान के चलो पब्लिक को भी इसका बहुत बड़ा सेटबैक पहुंचेगा। वो कैसे मैं बताता हूँ। जैसे प्राइवेट बैंक में आप चले जाए, प्राइवेट बैंक में कोई भी आपकी जनधन खाते से लेके जीरो बैलेंस खाते जिसको बोलते हैं वो से लेके गवर्नमेंट की कोई भी स्कीम इन्होंने फॉलो नहीं की, ठीक है। वहाँ पे केवल जो फी रहती है वो लोग वहाँ जाते हैं, 10-20 हज़ार रुपये में अपना खाता खुलवाते हैं, उनको जो चार्जेस लगते हैं वो जो है वो पे करते हैं, वो वहाँ पे उनकी मोनोपोली चलती है। जो नेशनलाइज बैंक है, आप PSU में लेके जाओ, आप कहीं पे आम बंदा भले उसके पैर में चप्पल नहीं होगी, वो भी बैंक में जाके अपना काम करा सकता है, जीरो बैलेंस में खाता खुलवाएगा, उसका 65 रुपये 60 रुपये में। माना कि ये गवर्नमेंट की स्कीम, लेकिन इसको इम्प्लीमेंट कौन कर रहा है? इसको इम्प्लीमेंट कर रही है PSU। आज बंदा ये आज मोदी सरकार बड़े जोर शोर से बोलते, लाल किले से बोलती है, मोदी सरकार लाल किले से बोलती है कि हमने जो है जनधन खाते इतने लंबे चौड़े खोल दिए, वर्ल्ड रिकॉर्ड बन गया है, गिनीज बुक ऑफ वर्ल्ड रिकॉर्ड में जो है इन्होंने नाम दर्ज करवा दिया कि हमने इतने खाते खोले। बोल रहे हमने खोले, हमने क्या खोले? बैंक एम्प्लॉयज जो थे PSU वाले, तो उन्हें दिन रात मेहनत करी तब जाके खाते खोले, ठीक है। और बोलते हैं कि हमने जो है मुद्रा लोन में इतने लोगों को रोजगार दिया, उन्होंने रोजगार नहीं दिया। हमने जब जाके हमने लोन दिए तब जाके रोजगार मिला उन लोगों के, ठीक है। उन्होंने जो टारगेट दिया, हमने टारगेट अचीव किया है, दिन रात मेहनत की, नोटबंदी की, हमने कोई उनका अपोज नहीं किया, हमने पूरा साथ दिया। इस बारे में मोदी जी ने भी बैंकों की तारीफ की। आज ऐसा क्या हो गया कि उन्होंने वो ये सोच रहे हैं कि इनको प्राइवेटाइज कर दो, उनको क्या प्रॉफिट मिल रहा है, इसके पीछे कोई बड़ी कहानी होनी है। उस चीज में हम नहीं जाना चाहते, लेकिन हम ये कहते हैं, नहीं आप जाइए, बताइए, जनता को समझ आनी चाहिए सारी बात। नहीं, ये आपको समझ रहे हैं, देख लीजिए, आपको जहाँ से उनको पैसा मिलेगा वहाँ गवर्नमेंट जाएगी। अगर मान लो आपकी कमाई नहीं हो रही, तो क्या यही एक रास्ता है कि आप PSU को बेचोगे? ये बैंक ही नहीं, PSU में बहुत सारी चीजें आती है, बेल आती है, सेल आती है, आपका एयरपोर्ट आता है, रेलवे आता है, LIC आता है, इन सारा को अभी तो केवल 12 इन्होंने नाम लिए, 12 जो है डिपार्टमेंट। LIC वन ऑफ द मोस्ट प्रॉफिटेबल एजेंसीज और कैश का हुआ गवर्नमेंट ने उसको भी बेचने के लिए तैयार है। मतलब कि ये एक रीढ़ की हड्डी है PSU। आप ऐसे इसको नेग्लेक्ट नहीं कर सकते हो कि PSU को हमने थोड़े दिन पहले एक एनक्लेव हुआ था, पीयूष गोयल जी ने उनसे
उनसे पूछा गया कि आप हमारे संविधान में भी लिखा है कि प्राइवेट सेक्टर और पब्लिक सेक्टर दोनों का एक महत्व है, दोनों एग्जिस्ट करने चाहिए, को एग्जिस्ट करने चाहिए, तभी एक देश की भलाई हो सकती है। कुछ देश जो हैं ओनली प्राइवेटाइजेशन पे जो बिलीव करते हैं, उनकी इकोनॉमी बहुत ज्यादा वॉलेटाइल होती है, किसी भी वक्त अप चल जाती है, किसी वक्त डाउन चले जाती है। बट जो देश जो प्राइवेट सेक्टर और पब्लिक सेक्टर मिक्स्ड मॉडल लेके चलते हैं, को एग्जिस्ट करते हैं, वहाँ पे अगर प्राइवेट सेक्टर को कोई धक्का भी लगता है मार्केट फ्लक्चुएशन की वजह से, तो पब्लिक सेक्टर से संभाल लेता है। मैं कहना चाहता हूँ, अभी यस बैंक आपका हुआ था, आपका लक्ष्मी कौन सी बैंक थी, पीएमसी बैंक थी, लक्ष्मी विलास बैंक थी, जो वो अभी बैठ गई थी। आपका लोगों के 6-6 महीने तक पैसे नहीं, 10,000 रुपए जो इनकी इतनी हार्डली अर्न मनी होती है, वो उन्होंने ब्लॉक कर दी आरबीआई ने। यस बैंक का देख लो आपने, किसने उसको सहारा दिया, पीएसयू ने दिया ना। तो आप ये क्यों सोच रहे हैं पीएसयू जो है घाटे में जा रही, घाटे में? हम तो ये मानते हैं कि जो जैसे एक गेम होती है, उसमें कुछ डिफेंडर्स होते हैं, कुछ अटैकर्स होते हैं। अगर अटैकर्स की महत्ता है तो डिफेंडर्स की भी महत्ता है। बिल्कुल है। तो हम ये कहना चाहते हैं कि अगर पब्लिक सेक्टर और प्राइवेट सेक्टर को एग्जिस्ट करता है, तो पब्लिक सेक्टर एक डिफेंडर के रूप में है, जो कभी भी इकोनॉमी को गिरने नहीं देगा। क्या आप दूसरे देशों की जो इकोनॉमी आप नहीं, आप इसको पब्लिक सेक्टर मैं उदाहरण बताता हूँ। अमेरिका में थोड़े दिन पहले एक कौन सी बैंक थी, प्राइवेट बैंक थी, जो बहुत बड़ी बैंक थी, नहीं फेडरल, हाँ कोई बैंक थी, मुझे नाम नहीं आ रहा एग्जैक्टली। वहाँ पे इकोनॉमी वो एकदम से फेल हो गई, फेलियर हो गई। उसका मेन रीजन यही था कि वहाँ पे सारी जो प्राइवेटाइजेशन की वजह से वहाँ पे वो बिल्कुल अपने देश ने ऐसा क्राइसिस कभी नहीं, अमेरिका का एग्जांपल दे रहे हो, इकोनॉमिक क्राइसिस आज दिन तक कभी नहीं है। डाउनफॉल की कगार पे हुआ था, क्योंकि वहाँ पे सभी बैंक प्राइवेट थे और गवर्नमेंट को अरबों खरबों रुपए देना पड़ा था, तब जगह के उन्होंने संभाला था, टोटली अपना पैसा ही सारा बैंकों को दे दिया था। बिल्कुल बिल्कुल। और हमारी उसी वक्त मतलब कि वर्ल्ड में डाउनफॉल आया था, बट इंडिया को कोई प्रभाव नहीं पड़ा था। इंडिया बिल्कुल स्ट्रॉन्ग इकोनॉमी के लिए खड़ा था। उसका एक ही एक कारण था कि पब्लिक सेक्टर बैंक थे हिंदुस्तान में, और पब्लिक सेक्टर बैंक ने संभाल लिया था, और इसने एक डिफेंडर की भूमिका अदा की थी और इकोनॉमी को डाउन नहीं जाने दिया था। यही हमारी जो पीएसयूज और जो नेशनलाइज जो एजेंसीज हैं, उसका यही है कि सेट बैक, ये मैं यही बोल रहा हूँ, बैकबोन इसीलिए बोला जाता है कि एक बहुत ही, जब इंदिरा गांधी ने नेशनलाइज किया था 1969 में, उसमें गरीबों के बहुत कम खाते, 0% खाते थे जो कि गरीबों के। आज ये देख लो कि आप हर एक बंदे का जो है अकाउंट आपको मिल जाएगा, भले वो जीरो बैलेंस में, और जीरो बैलेंस में किन बैंक में, नेशनलाइज बैंकों में ही होगा। और गरीबी उन्मूलन में और छोटे छोटे गाँव में भी खाते मिलेंगे जहाँ की पॉपुलेशन सिर्फ 500 है या 400 है। बिल्कुल। और जो ये जो गवर्नमेंट के पैसे आते हैं कि 500 वृद्धा पेंशन आ गई, आपके सिलेंडर के पैसे आ गए, आप नेशनलाइज बैंक में चले जाओ, किसी का नेशनलाइज बैंक में होगा खाता जो कि आप सिलेंडर की सब्सिडी देता हो, या अभी मोदी ने नोटबंदी, ये अपने कोरोना में भी जो है 500 रुपए लेडीज के खातों में डाले हैं, तो किस में आए, ये पीएसयू में आए हैं। आप क्या मतलब कि आप प्राइवेट बैंकों का ऐसा क्या हो गया कि मोदी जी को कहना पड़ा कि हमें जो प्रॉफिट लॉस ट्रैकिंग उनको कंधे पे लेके बोझ हम आपका कहना है कि जो पब्लिक सेक्टर बैंक्स है, ये ना सिर्फ हिंदुस्तान की जनता के लिए, ना सिर्फ हिंदुस्तान के बैंक के एम्प्लॉइज के लिए, बल्कि खुद गवर्नमेंट के लिए भी, खुद इकोनॉमी के लिए भी, और खुद गवर्नमेंट के लिए भी एक बैकअप है। ना सिर्फ इकोनॉमी के लिए बल्कि खुद गवर्नमेंट के लिए भी एक पब्लिक सेक्टर बैंक एक बैकअप के लिए तरह खड़े हैं, मजबूत कंधे की तरह खड़े हैं। तो ये लड़ाई हमारी जारी रहेगी। हमने 2 दिन अभी किया है स्ट्राइक, आगे अगर हमें जरूरत पड़ी, वैसे तो हमें लगता है कि गवर्नमेंट को ये मैसेज चला गया होगा, लेकिन आगे भी अगर आपको जरूरत पड़ी देश को, जनता को, बैंकर्स को, तो हम हमेशा इसके लिए लड़ेंगे, चाहे हमें रोड पे आना पड़े, चाहे हमें डंडे खाने पड़े। अगर आपकी इजाजत हो तो अगर बैंक के अंदर की खाली सीटें हम अपने दिखा सके दर्शकों को, यहीं से एक कैमरा घुमा के दिखा दीजिए, खाली सीटें खाली हैं, यहाँ यहीं से दिखा दीजिए। आप थोड़ा एक स्टेप अंदर लेके दिखा दीजिए भी इन सीटों पे कोई नहीं बैठा भी, यहाँ पे स्ट्राइक है। आप देख सकते हैं कि बैंक में स्ट्राइक है, सीटें खाली हैं, बैंक में कोई काम नहीं हो रहा। ये हम आपको फगवाड़ा की मेन ब्रांच का दिखा रहे हैं, जहाँ पे खचोखच बड़ा होता है और कई बार हजारों की संख्या में यहाँ पे कस्टमर्स आते हैं, बट इस वक्त सीटें खाली हैं क्योंकि बैंक एम्प्लॉय स्ट्राइक पे हैं। और यहाँ पे एक बार कैमरा देखिए, जहाँ पे एंट्रेंस पे लिखा के रखा हुआ है कि बैंक की हड़ताल है 15 मार्च और 16 मार्च को, और सभी बैंक एम्प्लॉय अपनी स्ट्राइक पे जुटे हुए हैं। और यहीं पे हम आज का लाइव अपना खत्म करते हैं,
और आशा करते हैं कि जो इन बैंक एम्प्लॉइज की आवाज़ थी वो जनता तक पहुंची होगी और जिन कारणवश इनको बैंक में हड़ताल करनी पड़ी वो आम जनता पर उसका कारण पहुंचा होगा, उसके रीजन पहुंचे होंगे। थैंक यू वेरी मच। थैंक यू।